सरदारी का इत्थे साफा रख के एक दिहाड़ीदार भी बनना पैंदा। बंदा जी उत्थों काम करके आउंदा इंडिया दे विच उहनूं तां नहीं इत्थे कोई प्रॉब्लम लगदी। सारे पासे बाहर लाइनां लगियां होईयां जॉबां लई, बच्चे तहस नहस होए पे आ, घरां दा रेंट वधाया पिया, सारिਆਂ ਦਾ बहुत औखा पिया जी। ਇਹਦਾ ਲੀਗਲ ਸਿਸਟਮ ਕੁੜੀਆਂ ਨੂੰ ਸਪੋਰਟ ਕਰਦਾ ਹੈ ਤੇ ਮੈਨੂੰ ਨਹੀਂ ਲੱਗਦਾ ਕੁੜੀਆਂ ਨੂੰ ਕੋਈ ਡਰਨ ਦੀ ਜ਼ਰੂਰਤ ਹੈ। ਇੱਥੇ ਆ ਕੇ ਤੇ ਮਰਨੀ ਹੋਇਆ ਪਿਆ ਹੁਣ ਤੇ, ਜੇ ਬੱਚੇ ਤਾਂ ਹੀ ਡਿਪਰੈਸ਼ਨ 'ਚ ਆ ਕੇ ਆਤਮ ਹੱਤਿਆ ਕਰ ਰਹੇ, ਤੁਹਾਨੂੰ ਪਤਾ ਹੀ ਆ। ਨਹੀਂ ਸੁਪਨਿਆਂ ਦੇ ਮੁਕਾਬਲੇ ਤੇ ਆਪਾਂ ਕਹਿ ਸਕਦੇ ਹਾਂ ਇਹ ਮੁਲਕ ਪੂਰਾ ਹੈਗਾ ਜੀ। हर एक नूं अंदरों भावें जिद्दां मर्जी खुश खुशहाली होवे, टौर कट्टिया होवे, पर अंदरों दुखी हुंदा बंदा कनेडा जाके। ਕੈਨੇਡਾ 'ਚ ਆ ਕੇ ਤੁਸੀਂ ਸੋਚੋ ਕਿ ਪਿੱਛੇ ਪੰਜਾਬ ਵਾਲਾ ਸਿਸਟਮ ਚੱਲਦਾ ਰਹੇ, ਫਿਰ ਸਾਨੂੰ ਪੰਜਾਬ ਰਹਿ ਜਾਣਾ ਚਾਹੀਦਾ ਸੀ। ਵੀ ਆਪਣੇ ਕੋਲ ਕੰਮ ਹੈ ਨਹੀਂ, ਪਿੱਛੋਂ ਪੈਸੇ ਮੰਗਵਾ ਨਹੀਂ ਸਕਦੇ ਤੇ ਫਿਰ ਇਸ ਕਰਕੇ ਉਹ ਕ੍ਰਾਈਮ ਵਾਲੇ ਪਾਸੇ ਜਾ ਕੇ ਗਲਤ ਕੰਮ ਕਰਨਗੇ। ਇਹ ਵੈਸੇ ਆਪਣੇ ਸਾਰੇ ਪੰਜਾਬੀ ਹੀ ਲੱਗਦੇ ਆ ਜੀ, ਆਪਣੇ ਆਪ ਦਾ ਹੀ ਲੱਗਦਾ ਜੀ। ਤਾਂ ਵੀ ਰਾਤ ਨੂੰ ਜਿੱਦਾਂ ਮਰਜੀ ਕੋਈ ਤੁਰਿਆ ਫਿਰੇ, ਕਿਸੇ ਨੂੰ ਡਰ ਨਹੀਂ ਗਾ। ਤੇ ਜਿੱਦਾਂ ਹੁਣ ਮੈਂ ਪੀਆਰ ਮੈਂ ਵੀ ਹੁਣ ਸੋਚ ਰਿਹਾ ਵੀ ਮੂਵ ਵੀ ਹੋਣਾ ਪੈਣਾ ਹੈ, ਇੱਥੇ ਨਹੀਂ ਬਣ ਰਹੀ ਗੱਲ। ਪਰ ਮੇਰੇ ਲਈ ਸਰਵਾਈਵ ਕਰਨਾ ਔਖਾ ਹੋਇਆ ਪਿਆ, ਬਹੁਤ ਜ਼ਿਆਦਾ ਔਖਾ ਹੋਇਆ ਪਿਆ। ਤੇ ਉਸ ਆਜ਼ਾਦੀ ਦੇ ਵਿੱਚ ਕਈ ਤਾਂ ਬੰਦੇ ਬਣਦੇ ਆ, ਕਈ ਵਿਗੜਦੇ ਆ ਜੀ। ਅਸੀਂ ਸਾਫ਼ ਸੁਥਰੇ ਮਾਹੌਲ 'ਚ ਆ ਕੇ ਸਾਫ਼ ਸੁਥਰਾ ਸਿੱਖਿਆ ਨਹੀਂ, ਇਹਨਾਂ ਨੂੰ ਗਲਤ ਸਿਖਾ ਦਿੱਤਾ ਸੀ। नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम लाइफ इन कैनेडा विच। मैं हाँ तरनजीत कौर घुम्मण। दोस्तों अज कैनेडा की लाइफ के बारे असीं गलबात करांगे। कैनेडा दे विच जिवें तुसीं सोशल मीडिया उत्ते देख रहे हो कि एक जॉब्स लई बहुत सारे स्टूडेंट्स दीयां लाइनस लगियां होईयां ने, जॉब्स नहीं मिल पा रही, रेंट इन्ने ज़्यादा हाई हो चुके हैं। अफोर्डेबिलिटी के बारे में अज असीं गलबात करांगे। रिवर्स माइग्रेशन की गल करदे हां कि कोई वापस पंजाब जाण नूं भी तैयार है। सो इस दे बारे में असीं गलबात करांगे कि इत्थे बिना जॉब के किवें गुजारा किया जा रहा, स्टूडेंट्स नूं खास तौर पर कितनी प्रॉब्लम्स आ रही ने। सो कैनेडा दी लाइफ इस वेले इत्थे किस तरीके की हैगी ते नवे स्टूडेंट्स जिहड़े आना चाहुंदे ने उन्हां लई की मैसेज होना चाहेगा। सो स्टे ट्यून्ड विद लाइफ इन कैनेडा विद हमदर्द टीवी एंड तरनजीत कौर घुम्मण। सो ते चलदियां जी करदे हां गलबात इत्थे स्टूडेंट्स दे नाल, इत्थे पीआर होल्डर्स नाल, वर्क परमिट होल्डर्स दे नाल, ते पुछदे हां उन्हां दी लाइफ कैनेडा च किस तरीके दी है। सो 5 साल च किन्ना क बदलिया कैनेडा? बहुत बदल गया जी। किस सेंस च बदल गया, मतलब भी किवें दा लगदा? पहलां ज़्यादा अपॉर्चुनिटी सी या हुण ज़्यादा ने? ਪਹਿਲਾਂ ਜ਼ਿਆਦਾ ਸੀ ਪਰ ਹੁਣ ਤੇ ਬਹੁਤ ਘਟ ਗਈਆਂ ਨੇ। ਹੁਣ ਤੇ ਕੰਮ ਵੀ ਨਹੀਂ ਹੈ, ਜੋਬ ਵੀ ਨਹੀਂ ਆ। ਮਤਲਬ ਕਿ ਜਿੱਦਾਂ ਲਾ ਲਓ ਤੁਸੀਂ ਅੱਜ ਕੱਲ੍ਹ, ਜਿਵੇਂ ਤੁਸੀਂ ਗੱਲ ਕੀਤੀ ਹੈ ਜੌਬਸ ਵੀ ਨਹੀਂ ਹੈਗੀਆਂ, ਫਿਰ ਰੈਂਟ ਵੀ ਕਹਿੰਦੇ ਅੱਜ ਕੱਲ੍ਹ ਤਾਂ ਅਸਮਾਨ ਨੂੰ ਛੂੰਹਦਾ ਜਾ ਰਿਹਾ ਵਾ, ਕਿੰਨਾ ਕੁ ਔਖਾ ਹੋ ਰਿਹਾ ਵਾ? ਬਹੁਤ ਔਖਾ ਹੋ ਰਿਹਾ ਜੀ। ਤੁਸੀਂ ਦੇਖ ਲਓ ਸਾਰੇ ਪਾਸੇ ਬਾਹਰ ਲਾਈਨਾਂ ਲੱਗੀਆਂ ਹੋਈਆਂ ਜੋਬਾਂ ਲਈ, ਬੱਚੇ ਤਹਿਸ ਨਹਿਸ ਹੋਏ ਪਏ ਆ, ਘਰਾਂ ਦਾ ਰੈਂਟ ਵਧਾਇਆ ਪਿਆ, ਸਾਰਿਆਂ ਦਾ ਬਹੁਤ ਔਖਾ ਪਿਆ ਜੀ। ਸੋ 5 ਸਾਲ ਪਹਿਲਾਂ ਐਵੇਂ ਦਾ ਹਾਲਾਤ ਨਹੀਂ ਸੀ? ਪਹਿਲਾਂ ਹਾਲਾਤ ਤੇ ਠੀਕ ਹੀ ਸੀ, ਪਹਿਲੇ ਕੰਮ ਕੁਮ ਬਹੁਤ ਸੀ। ਪਹਿਲੇ ਤਾਂ ਏਜੰਸੀਆਂ ਵਾਲੇ ਆਪ ਬਾਜਾਂ ਮਾਰਦੇ ਆ ਜਾਓ ਆ ਜਾਓ, ਹੁਣ ਏਜੰਸੀ ਵਾਲੇ ਨੰਬਰ ਰੱਖ ਲੈਂਦੇ ਆ, ਨਾ ਕੋਈ ਕੋਲ ਕਰਦਾ ਆ, ਬਸ ਇੱਕ ਦੂਜੇ ਰੈਫਰੈਂਸ ਤੇ ਵੀ ਬਹੁਤ ਔਖਾ ਹੋ ਗਿਆ ਕੰਮ ਤੇ। ਸਟੂਡੈਂਟਸ 'ਚ ਅਸੀਂ ਦੇਖ ਰਹੇ ਹਾਂ ਖਾਸ ਤੌਰ ਤੇ ਡਿਪਰੈਸ਼ਨ ਬਹੁਤ ਜ਼ਿਆਦਾ ਇਸ ਕਰਕੇ ਆ ਰਿਹਾ ਵਾ ਕਿਉਂਕਿ ਜੌਬਸ ਨਹੀਂ ਮਿਲ ਪਾ ਰਹੀਆਂ, ਫੀਸਾਂ ਕੱਢਣੀਆਂ ਮੁਸ਼ਕਿਲ ਹੋ ਰਹੀਆਂ ਨੇ। ਸੋ ਤੋਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿੰਨਾ ਕੁ ਡਿਫਰੈਂਟ ਆ, ਜਿਵੇਂ ਦਾ ਅਸੀਂ ਪਿੱਛੋਂ ਸੋਚ ਕੇ ਆਉਂਦੇ ਹਾਂ ਕੈਨੇਡਾ, ਤੇ ਇੱਥੇ ਲਾਈਫ ਐਕਚੁਅਲ 'ਚ ਕਿੰਨੀ ਕੁ ਡਿਫਰੈਂਟ ਹੈ? ਇੱਥੇ ਆ ਕੇ ਤੇ ਮਰਨੀ ਹੋਇਆ ਪਿਆ ਹੁਣ ਤੇ, ਜੇ ਬੱਚੇ ਤਾਂ ਹੀ ਡਿਪਰੈਸ਼ਨ 'ਚ ਆ ਕੇ ਆਤਮ ਹੱਤਿਆ ਕਰ ਰਹੇ, ਤੁਹਾਨੂੰ ਪਤਾ ਹੀ ਆ। ਤੇ ਮੈਂ ਮਾਪਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਪਿੱਛੋਂ ਜੋ ਭੇਜ ਰਹੇ ਆ ਹੁਣ ਉਹਨਾਂ ਲਈ 1-2 ਫੀਸਾਂ ਦਾ ਬੰਦੋਬਸਤ ਕਰਕੇ ਜ਼ਰੂਰ ਰੱਖਣ, ਕਿਉਂਕਿ ਇੱਥੇ ਬਹੁਤ ਔਖਾ ਹੋਇਆ ਪਿਆ ਜੀ। ਸੋ ਵੈਸੇ ਉਂਝ ਸੇਫਟੀ ਪੱਖੋਂ ਕਿੱਦਾਂ ਹੈ ਕੈਨੇਡਾ, ਲਾਅ ਐਂਡ ਆਰਡਰ ਪੱਖੋਂ ਕਿੱਦਾਂ ਆ, ਅਤੇ ਜਿਵੇਂ ਆਪਾਂ ਗੱਲਬਾਤ ਕਰਦੇ ਹਾਂ ਕਿ ਕ੍ਰਾਈਮ ਬਹੁਤ ਜ਼ਿਆਦਾ ਵੱਧ ਰਿਹਾ, ਕਿਵੇਂ ਲੱਗ ਰਿਹਾ ਤੁਹਾਨੂੰ? ਹਾਂਜੀ, ਹੁਣ ਕ੍ਰਾਈਮ ਵਾਲੇ ਪਾਸ ਜੇ ਮਹਿੰਗਾਈ ਵਧੀ ਆ, ਜੇ ਰੈਂਟ ਵਧਿਆ ਅਤੇ ਕ੍ਰਾਈਮ ਵੀ ਵਧਿਆ ਜੀ। ਹੁਣ ਮੰਨ ਲਓ ਆਪਣੇ ਪੰਜਾਬੀ ਮੁੰਡੇ ਹੀ ਆ, ਕਈ ਨਹੀਂ ਕੰਮ ਕਰਦੇ ਅਤੇ ਉਹਦੇ ਕਰਕੇ ਕ੍ਰਾਈਮ ਆਪਣੇ ਕਾਲੇ ਬਹੁਤ ਇੱਥੇ ਕਰਦੇ ਆ ਜੀ। ਹੁਣ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਬਿਨਾਂ ਕੰਮ ਤੋਂ ਹੀ ਸਾਰਿਆਂ ਨੇ ਅਮੀਰ ਹੋਣਾ ਚਾਹੁੰਦੇ ਆ, ਤੁਹਾਨੂੰ ਪਤਾ ਹੀ ਹੈ ਰੈਂਟ ਰੂੰਟ। ਹਾਂਜੀ, ਕਿੱਥੋਂ ਰਹਿੰਦੇ ਹੋ, ਕਿੱਥੋਂ ਬਿਲੋਂਗ ਕਰਦੇ ਹੋ? ਅਸੀਂ ਹੁਸ਼ਿਆਰਪੁਰ ਦੇ ਸੂਏ ਤੋਂ ਬਿਲੋਂਗ ਕਰਦੇ ਹਾਂ ਜੀ। ਸਾਰਾ ਹੁਸ਼ਿਆਰਪੁਰ ਵਾਲਾ ਮਹਿਕਮਾ ਹੈ? ਹਾਂਜੀ। ਠੀਕ ਹੈ ਜੀ। ਕਿੰਨਾ ਚਿਰ ਹੋ ਗਿਆ ਇੱਥੇ ਆਇਆ ਨੂੰ? ਮੈਨੂੰ ਵੀ 5 ਸਾਲ ਹੋ ਗਏ ਜੀ। ਐਜ਼ ਐਨ ਸਟੂਡੈਂਟ ਆਏ ਸੀ? ਹਾਂਜੀ, ਐਜ਼ ਅ ਸਟੂਡੈਂਟ ਆਇਆ ਜੀ। ਅਤੇ ਹੁਣ ਸਟੇਟਸ ਕੀ ਹੈ ਤੁਹਾਡਾ? ਮੇਰਾ ਜੀ ਹੁਣ ਵਰਕ ਪਰਮਿਟ ਤੇ ਆ। ਹਾਂਜੀ। ਸੋ ਸਟੂਡੈਂਟ ਤੋਂ ਲੈ ਕੇ ਵਰਕ ਪਰਮਿਟ ਤੱਕ ਦਾ ਇਹ ਸਫ਼ਰ ਕਿੰਨਾ ਕੁ ਔਖਾ ਰਿਹਾ? ਇਹ ਜੀ ਬਹੁਤ ਔਖਾ ਸਫ਼ਰ ਹੈ, ਤੁਹਾਨੂੰ ਪਤਾ ਹੀ ਹੈ। ਸ਼ੁਰੂ ਤੋਂ ਕਲਾਸਾਂ ਤੋਂ ਕੰਮ ਸ਼ੁਰੂ ਹੁੰਦਾ
ਸਵੇਰੇ ਕਲਾਸਾਂ, ਰਾਤ ਨੂੰ ਕੰਮ, ਫਿਰ ਸਵੇਰੇ ਕਲਾਸਾਂ। ਵੀਕਐਂਡ ਦੇ ਸਟੂਡੈਂਟ ਨੂੰ ਜ਼ਿਆਦਾ ਇੱਕ ਅੱਧੀ ਛੁੱਟੀ ਮਿਲਦੀ ਆ, ਉਹਦੇ 'ਚ ਆਪਣੀ ਰੈਸਟ ਹੋ ਗਈ ਤੇ ਹੋ ਗਈ, ਨਹੀਂ ਤੇ ਬਾਕੀ 5-7 ਦਿਨ ਜਿੰਨਾ ਵੀ ਹੁੰਦਾ ਕੰਮ ਕਰਨਾ ਹੀ ਪੈਂਦਾ ਜੀ ਪੂਰਾ ਜੀ ਜਾਨ ਲਾ ਕੇ। ਤੇ ਕਈ ਵਾਰੀ ਆਪਣੇ ਸਟੂਡੈਂਟਾਂ ਨੂੰ ਇੰਨੀਆਂ ਓਪਰਚੁਨਿਟੀਆਂ ਨਹੀਂ ਮਿਲਦੀਆਂ, ਕੈਸ਼ ਤੇ ਕੰਮ ਹੋਣ ਕਰਕੇ। ਤੁਹਾਨੂੰ ਪਤਾ 12-12 13-13 ਡਾਲਰ ਤੇ ਵੀ ਕੰਮ ਕੀਤਾ, ਉਹਦੇ ਕਰਕੇ ਥੋੜ੍ਹੀ ਜਿਹੀ ਔਖ ਆਉਂਦੀ ਹੈ। ਮੈਂ ਇਹੀ ਕਹਿੰਦਾ ਜੀ ਬਹੁਤ ਸਟਰਗਲਿੰਗ ਆ। ਜਿਵੇਂ ਤਾਂ ਪਿੱਛੋਂ ਸੋਚ ਕੇ ਅਸੀਂ ਵੀ ਕੈਨੇਡਾ ਜਾਵਾਂਗੇ, ਏਜੰਟ ਵੀ ਇਹੀ ਕਹਿੰਦੇ ਆ ਵੀ ਆਰਾਮ ਨਾਲ ਆਪਣੀ ਫੀਸ ਕੱਢ ਸਕਦੇ ਹੋ, GIC ਤੁਹਾਨੂੰ ਆਉਂਦੀ ਆ। ਸੋ ਉਹਦੇ ਮੁਕਾਬਲੇ ਪਰ ਇੱਥੇ ਆ ਕੇ ਹੁਣ ਦੇਖ ਰਹੇ ਹਾਂ ਸਟੂਡੈਂਟਸ 'ਚ ਡਿਪਰੈਸ਼ਨ ਬਹੁਤ ਜ਼ਿਆਦਾ ਵੱਧ ਰਿਹਾ ਵਾ। ਕੀ ਰੀਜ਼ਨ ਆ ਕਿ ਪਿੱਛੋਂ ਕੁਝ ਜ਼ਿਆਦਾ ਹੀ ਸੁਪਨੇ ਲੈ ਕੇ ਆਏ ਸੀ ਜਾਂ ਸੁਪਨਿਆਂ ਦੇ ਮੁਤਾਬਿਕ ਇਹ ਮੁਲਕ ਨਹੀਂ ਹੈਗਾ? ਨਹੀਂ, ਸੁਪਨਿਆਂ ਦੇ ਮੁਕਾਬਲੇ ਤੇ ਆਪਾਂ ਕਹਿ ਸਕਦੇ ਹਾਂ ਇਹ ਮੁਲਕ ਪੂਰਾ ਹੈਗਾ ਜੀ। ਮੈਂ ਜਿੱਦਾਂ ਆਇਆ ਸੀ, ਮੇਰੀ ਤੇ ਫੈਮਿਲੀ ਸੀ, ਮੈਨੂੰ ਸਪੋਰਟ ਪੂਰੀ ਮਿਲਦੀ ਰਹੀ। ਜਿੱਦਾਂ ਆਪਣੇ ਨਾਲ ਕੁਝ ਬੱਚੇ ਸੀ ਜਿਨ੍ਹਾਂ ਦੇ ਘਰ ਦੇ ਵਗੈਰਾ ਨਹੀਂ ਸੀ ਇੱਥੇ, ਉਹਨਾਂ ਲਈ ਥੋੜ੍ਹੀ ਜਿਹੀ ਔਖ ਹੋ ਜਾਂਦੀ ਆ। ਤੁਸੀਂ ਸੋਚਦੇ ਕੁਛ ਹੋ ਘਰ ਜਾ ਕੇ, ਜਿੱਦਾਂ ਆਪਾਂ ਇੱਥੇ ਆ ਜਾਂਦੇ ਹਾਂ ਕਿ ਆਪਾਂ ਲਿਮਟਾਂ ਤਾਰਨੀਆਂ ਜਾ ਕੇ ਜਾਂ ਕੁਛ ਕਰਜ਼ਾ ਆਪਾਂ ਲੁਹਾ ਦੇਣਾ, ਉਹ ਇੰਨਾ ਸੌਖਾ ਨਹੀਂ ਹੈਗਾ। ਬੰਦੇ ਨੂੰ ਆਪਣੀ ਸਿਹਤ ਵੀ ਦੇਖਣੀ ਪੈਂਦੀ, ਫਿਰ ਕੋਲੇਜ ਦੀਆਂ ਅਸਾਈਨਮੈਂਟਾਂ ਵਗੈਰਾ। ਤੁਹਾਨੂੰ ਪਤਾ ਹਰੇਕ ਇੱਥੇ ਨਕਲ ਮਾਰਨ ਦਾ ਵੀ ਚਾਂਸ ਹੁਣ ਬਹੁਤ ਘੱਟ ਗਿਆ ਜੀ। ਪਲੈਜੀ ਵਗੈਰਾ ਪਾ ਦਿੰਦੇ ਆ, ਜੇ ਸਪਲੀ ਵਗੈਰਾ ਵੀ ਆ ਜਾਂਦੀ ਉਹਦੀ ਵੀ 12-12 1300 ਡਾਲਰ ਭਰਨਾ ਪੈਂਦਾ, ਉਹ ਫਿਰ ਬਹੁਤ ਔਖਾ ਹੋ ਜਾਂਦਾ ਜੀ। ਵਰਕ ਪਰਮਿਟ ਤੇ ਹੁਣ ਵਰਕ ਦੀਆਂ ਓਪਰਚੁਨਿਟੀਜ਼ ਕਿਵੇਂ ਦੀਆਂ ਹੈਗੀਆਂ ਨੇ? ਕਹਿੰਦੇ ਜੌਬਸ ਨਹੀਂ ਮਿਲ ਪਾ ਰਹੀਆਂ ਹੁਣ। ਬਿਲਕੁਲ ਸਹੀ ਸੁਣਿਆ ਜੀ। ਜੋਬਸ ਦਾ ਇਦਾਂ ਹੋ ਗਿਆ ਜੀ, ਹੁਣ ਸਕਿੱਲ ਟ੍ਰੇਡ ਜ਼ਿਆਦਾ ਡਿਮਾਂਡ 'ਚ ਆ। ਜੇ ਤੁਹਾਡੇ ਕੋਲ ਕੁਛ ਸਕਿੱਲ ਵਗੈਰਾ ਹੈਗਾ, ਜਿੱਦਾਂ ਤੁਸੀਂ ਦੇਖ ਲਓ ਟਿਕਟੋਕ 'ਤੇ ਜ਼ਿਆਦਾ ਸਟੂਡੈਂਟ ਸਿਕਿਉਰਿਟੀ ਨੂੰ ਪ੍ਰੈਫਰ ਕਰਦੇ ਆ, ਕਿਉਂਕਿ ਉਹਦੇ 'ਚ ਆਪਾਂ ਨੂੰ ਇਨਫ ਟਾਈਮ ਮਿਲ ਜਾਂਦਾ ਕੁਛ ਪੜ੍ਹਨ ਲਈ, ਆਪਾਂ ਆਪਣੀਆਂ ਅਸਾਈਨਮੈਂਟਾਂ ਕੰਪਲੀਟ ਕਰ ਸਕਦੇ ਹਾਂ। ਪਰ ਬਾਕੀ ਐਜ਼ ਕੰਪੇਅਰ ਟੂ ਵੇਅਰ ਹਾਊਸ ਆਪਾਂ ਉਹਦੇ 'ਚ ਜਾਂਦੇ ਹਾਂ 5-7-8 ਘੰਟੇ ਲਾ ਕੇ ਆਉਂਦੇ, ਜੀ ਜਾਨ ਨਾਲ ਪੂਰੇ। ਫਿਰ ਆ ਕੇ ਬੰਦੇ ਨੇ ਰੈਸਟ ਵੀ ਕਰਨੀ ਹੁੰਦੀ, ਜਾਂ ਤਾਂ ਬੰਦਾ ਪੜ੍ਹਾਈ ਕਰ ਸਕਦਾ ਜਾਂ ਤਾਂ ਬੰਦਾ ਕੰਮ ਕਰ ਸਕਦਾ। ਫਿਰ ਸਟੂਡੈਂਟ ਇਹ ਦੋਨੇ ਚੀਜ਼ਾਂ ਲੈ ਕੇ ਨਾਲ ਤੁਰਦਾ, ਜਿਹਦੇ ਕਰਕੇ ਕਈ ਵਾਰੀ ਬੰਦਾ ਇੱਕ ਚੀਜ਼ ਨਹੀਂ ਫੁੱਲਫਿਲ ਕਰ ਪਾਉਂਦਾ, ਉਹਦੇ ਕਰਕੇ ਡਿਪਰੈਸ਼ਨ 'ਚ ਚੱਲ ਜਾਂਦਾ। ਕਿਹੜੀ ਚੀਜ਼ ਦੀ ਉਰੇ ਡਿਮਾਂਡ ਹੈਗੀ ਵੀ ਜੇ ਤੁਹਾਡੇ ਹੱਥ 'ਚ ਆਹ ਗੁਣ ਹੈਗਾ ਤਾਂ ਤੁਹਾਨੂੰ ਜੌਬ ਵੀ ਈਜ਼ੀਲੀ ਮਿਲ ਸਕਦੀ ਜਾਂ ਕੋਈ ਆਪਣਾ ਕੰਮ ਵੀ ਤੁਸੀਂ ਖੋਲ੍ਹ ਸਕਦੇ? ਮੈਂ ਤਾਂ ਇਹੀ ਕਹਿਣਾ ਜੀ, ਤੁਸੀਂ ਟਰੱਕਿੰਗ ਲਾਈਨ ਵਧੀਆ, ਪਰ ਕੁਛ ਚਿਰ 'ਚ ਥੋੜ੍ਹਾ ਜਿਹਾ ਇਹਦੀ ਇੰਡਸਟਰੀ ਥੋੜ੍ਹੀ ਜਿਹੀ ਸਲੋ ਡਾਊਨ ਹੋਈ ਆ। ਪਰ ਮੇ ਵੀ ਨੈਕਸਟ ਈਅਰ ਜਦੋਂ ਵੀ ਵਧੀਆ ਹੋਊਗਾ ਕੰਮ ਇੰਡਸਟਰੀ ਵਗੈਰਾ ਤੇ ਵਧੀਆ ਚੱਲਣ ਲੱਗ ਪਏਗਾ। ਬਾਕੀ ਆਪਣੇ ਹੋਰ ਸਕਿੱਲ ਕੰਮ ਹੈਗਾ, ਜਿੱਦਾਂ ਫੋਰਕਲਿਫਟ ਵਗੈਰਾ ਹੋ ਗਈ, ਫਿਰ ਜਿੱਦਾਂ ਜ਼ਿਆਦਾ ਪ੍ਰੋਫੈਸ਼ਨਲ ਡਰਾਈਵਰੀ, ਐਮਾਜ਼ੋਨ ਡਰਾਈਵਰ। ਮੈਂ ਕਹਿੰਦਾ ਵਧੀਆ ਸਕਿੱਲ ਆ ਜੀ, ਬੰਦੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ, ਅੱਗੇ ਤੁਹਾਨੂੰ ਬਥੇਰੀ ਓਪਰਚੁਨਿਟੀ ਮਿਲ ਸਕਦੀਆਂ। ਤੇ ਓਪਰਚੁਨਿਟੀਜ਼ ਦੇ ਬਾਰੇ ਵਿੱਚ ਗੱਲ ਕੀਤੀ ਜਾਵੇ, 4 ਸਾਲਾਂ ਦੇ ਵਿੱਚ ਵਰਕ ਪਰਮਿਟ ਵਾਲਿਆਂ ਦੀਆਂ ਓਪਰਚੁਨਿਟੀਜ਼ 'ਚ ਕਿੰਨੇ ਚੇਂਜਸ ਆਏ? ਮੈਮ ਬਹੁਤ ਜ਼ਿਆਦਾ ਚੇਂਜਿਸ ਆਏ। ਮੈਂ ਜਦੋਂ ਆਇਆ ਸੀਗਾ ਜੀ, ਉਦੋਂ ਬਹੁਤ ਜ਼ਿਆਦਾ ਕੰਮ ਸੀਗੇ। ਮੈਂ 2-3 ਥਾਵਾਂ ਏਜੰਸੀਆਂ 'ਤੇ ਗਿਆ ਸੀਗਾ, ਅਤੇ ਉਹ ਮੈਨੂੰ ਜਦੋਂ ਮੈਂ ਆਪਣਾ ਰਿਜ਼ਿਊਮ ਦੇ ਕੇ ਆਏਗਾ ਅਤੇ ਦੂਸਰੇ ਦਿਨ ਮੈਨੂੰ 3-4 ਕਾਲਾਂ ਆ ਗਈਆਂ ਸੀਗੀਆਂ ਵੱਖਰੀ ਏਜੰਸੀਆਂ ਤੋਂ। ਬਟ ਹੁਣ ਰਾਈਟ ਨਾਓ ਕੋਈ ਕੰਮ ਨਹੀਂ ਹੈ ਮੈਮ। ਮੇਰੇ ਫਰੈਂਡ ਦੇ ਅੱਗੇ ਫਰੈਂਡ ਆਏ ਹੋਏ ਨਾ, ਮੇਰੇ ਚਾਚੇ ਤਾਏ ਦੇ ਮੁੰਡੇ ਆਏ ਹੋਏ ਨੇ, ਮਹੀਨੇ 2 ਮਹੀਨੇ ਉਹ ਘਰੇ ਬੈਠੇ ਆ ਜੀ। ਬਹੁਤ ਜ਼ਿਆਦਾ ਕੀ ਰੀਜ਼ਨ ਲੱਗ ਰਿਹਾ ਵੀ ਹੁਣ ਇੱਕਦਮ ਹੀ ਇੰਨਾ ਕਾਲ ਪੈ ਗਿਆ ਜੌਬਸ ਦਾ? ਸਟੂਡੈਂਟਸ ਦੀ ਆਪਾਂ ਜਿਵੇਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਇੱਕ ਜੌਬ ਦੇ ਲਈ। ਕੀ ਰੀਜ਼ਨ ਲੱਗ ਰਿਹਾ ਇਸ ਦੇ ਲਈ? ਰੀਜ਼ਨ ਮੈਮ ਇਹੀ ਹੈ ਵੀ ਜਿਹੜਾ ਕਹਿੰਦੇ ਰੈਸੈਸ਼ਨ ਚੱਲ ਰਿਹਾ ਜੀ। ਦੂਸਰਾ ਮੈਮ ਤੇ ਬਰੈਂਪਟਨ 'ਚ ਸਾਰੇ ਸਟੂਡੈਂਟ ਬਰੈਂਪਟਨ 'ਚ ਆਉਣਾ ਜ਼ਿਆਦਾ ਪ੍ਰੈਫਰ ਕਰਦੇ ਆ ਜੀ। ਮੈਂ ਕਹਿੰਦਾ ਵੀ ਬਾਕੀ ਹੋਰ ਜਿੱਦਾਂ ਓਟਵਾ ਹੋ ਗਿਆ, ਮੌਂਟਰੀਅਲ ਹੋ ਗਿਆ, ਹੋਰ ਬਥੇਰੀਆਂ ਹੈਗੀਆਂ ਜੀ ਜਗ੍ਹਾਵਾਂ ਜਿੱਥੇ ਜਾ ਕੇ ਬੜਾ ਵਧੀਆ ਕੰਮ ਮਿਲਦਾ। ਸਾਰੇ ਚਾਹੁੰਦੇ ਆ ਵੀ ਬਰੈਂਪਟਨ ਸੈੱਟ ਹੋਈਏ, ਬਰੈਂਪਟਨ ਆ ਕੇ ਰਹੀਏ। ਤਾਂ ਮੈਮ ਤੁਹਾਨੂੰ ਪਤਾ ਫਿਰ ਉਸ ਕਰਕੇ ਜ਼ਿਆਦਾ ਕਰਕੇ ਜੋਬਾਂ ਦਾ ਕਾਲ ਪਿਆ। ਕ੍ਰਾਈਮ ਦੇ ਬਾਰੇ ਕੀ ਕਹਿਣਾ ਚਾਹੋਗੇ? ਪਿਛਲੇ ਦਿਨਾਂ ਤੋਂ ਲੈ ਕੇ ਹੁਣ ਦੀ ਜੇ ਗੱਲ ਕੀਤੀ ਜਾਵੇ ਤਾਂ ਹਰ ਦੂਜੀ ਤੀਜੀ ਨਿਊਜ਼ ਅਸੀਂ ਵੀ ਦਿੰਦੇ ਹਾਂ ਜਿਸ 'ਚ ਪੰਜਾਬੀ ਕੋਈ ਨਾ ਕੋਈ ਇਨਵੋਲਵ ਹੁੰਦਾ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਮ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ। ਕ੍ਰਾਈਮ ਇੱਦਾਂ ਮੈਮ, ਜੇ ਕੰਮ ਨਾ ਹੋਣਗੇ, ਲੋਕਾਂ ਕੋਲ ਕੰਮ ਨਹੀਂ ਹੋਣਗੇ, ਉਹਨਾਂ ਨੂੰ ਪੈਸਾ ਕਮਾਉਣ ਲਈ ਕਿਤੇ ਨਾ ਕਿਤੇ ਜਾਣਗੇ। ਅਤੇ ਇਸ ਕਰਕੇ ਮੋਸਟਲੀ ਆਪਣੇ ਸਟੂਡੈਂਟ ਜਿਹੜੇ ਬੱਚੇ ਜਿਹੜੇ ਪੰਜਾਬ ਤੋਂ ਆਏ ਆ, ਉਹੀ ਸੋਚਦੇ ਆ ਵੀ ਆਪਣੇ ਕੋਲ ਕੰਮ ਹੈ ਨਹੀਂ, ਪਿੱਛੋਂ ਪੈਸੇ ਮੰਗਵਾ ਨਹੀਂ ਸਕਦੇ, ਅਤੇ ਇਸ ਕਰਕੇ ਉਹ ਕ੍ਰਾਈਮ ਵਾਲੇ ਪਾਸੇ ਜਾ ਕੇ ਗਲਤ ਕੰਮ ਕਰਨਗੇ, ਫਸਣਗੇ। ਤਾਂ ਆਪ ਤੁਹਾਨੂੰ ਪਤਾ ਹੀ ਕਈ ਫਸਦੇ ਆ ਜਿੱਥੇ, ਅਤੇ ਇਸ ਕਰਕੇ ਜ਼ਿਆਦਾਤਰ ਕ੍ਰਾਈਮ ਤਾਂ ਹੀ ਵਧਿਆ ਮੇਰੇ ਹਿਸਾਬ ਨਾਲ ਵੀ ਕੰਮ ਨਹੀਂ ਆ, ਵਿਹਲੇ ਬੈਠੇ ਆ, ਵਿਹਲਾ ਦਿਮਾਗ ਸ਼ੈਤਾਨ ਦਾ ਘਰ। ਅਫੋਰਡੇਬਿਲਟੀ ਦੇ ਬਾਰੇ ਕੀ ਕਹਿਣਾ ਚਾਹੋਗੇ? ਗਰੋਸਰੀ, ਰੈਂਟ ਕਿੰਨੇ ਕੁ ਮਹਿੰਗੇ ਹੋ ਗਏ ਨੇ? ਮੈਮ ਬਹੁਤ ਜ਼ਿਆਦਾ। ਜਦੋਂ ਮੈਂ ਆਇਆ ਸੀਗਾ ਮੈਮ, ਉਦੋਂ ਨਾ ਮੈਂ ਅਤੇ ਮੇਰੀ ਵਾਈਫ ਅਸੀਂ ਇੱਕ ਬੇਸਮੈਂਟ 'ਚ ਰਹਿੰਦੇ ਰਹੇ, ਬੈਡਰੂਮ ਬੇਸਮੈਂਟ 'ਚ। ਉਦੋਂ ਸਾਡਾ ਰੈਂਟ ਸੀਗਾ ਮੈਮ $800 ਜੀ। ਹੁਣ ਮੈਂ ਘਰ 'ਚ ਰਹਿੰਦਾ ਹੁੰਦਾ $2900 ਦੇ ਰਿਹਾ, ਅਤੇ $300-400 ਯੂਟੀਲਿਟੀ ਸਾਰਾ ਕੁਛ ਪਾ ਕੇ $3100-3200 ਬਣ ਰਿਹਾ ਜੀ। ਅਤੇ ਜਦ ਕਿ ਮੈਂ ਇਹ ਟਰੱਕ ਡਰਾਈਵਰ ਹਾਂ, ਮੇਰੀ ਵਾਈਫ ਘਰੇ ਬੈਠੇ ਕੰਮ ਤਾਂ ਨਹੀਂ ਕਰਦੇ, ਪਰ ਮੇਰੇ ਲਈ ਸਰਵਾਈਵ ਕਰਨਾ ਔਖਾ ਹੋਇਆ ਪਿਆ, ਬਹੁਤ ਜ਼ਿਆਦਾ ਔਖਾ ਹੋਇਆ ਪਿਆ। ਜਿਵੇਂ ਤੁਸੀਂ ਗੱਲ ਕੀਤੀ ਆ ਕਿ ਟਰੱਕ ਡਰਾਈਵਰ ਹੋ, ਵੈਸੇ ਤਾਂ ਕਹਿੰਦੇ ਆ ਕਿ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਸਭ ਤੋਂ ਵੱਧ ਪੈਸਾ, ਪਰ ਟਰੱਕ ਡਰਾਈਵਰ ਵੀ ਇੱਥੇ ਕਹਿ ਰਿਹਾ ਵੀ ਅਫੋਰਡੇਬਲ ਬਹੁਤ। ਬਿਲਕੁਲ ਜੀ, ਹੁਣ ਉਹ ਟਾਈਮ ਰਿਹਾ ਹੀ ਨਹੀਂ ਮੈਮ। ਇਸ ਕਰਕੇ ਮੈਂ ਤੁਹਾਨੂੰ ਇਹੀ ਮੈਂ
ਟਰੱਕ ਡਰਾਈਵਰ ਹਾਂ ਜੀ, ਪਹਿਲੇ ਕੰਮ ਕਰਦਾ ਰਿਹਾ ਵਾਂ ਤੇ ਵਧੀਆ ਪੈਸੇ ਬਣਦੇ ਸੀ ਅੱਜ ਤੋਂ 4 ਸਾਲ ਪਹਿਲੇ। ਪਰ ਜੇ ਹੁਣ ਰਾਈਟ ਨਾਓ ਕਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ। ਮੈਮ ਜਿਹੜੀਆਂ ਜੋਬਾਂ 'ਚ ਕੰਮ ਹੈਗੇ ਆ ਨਾ ਉਹ ਆਪਣੇ ਬੱਚੇ ਕਰਕੇ ਰਾਜੀ ਨਹੀਂ, ਕਿਉਂਕਿ ਇੱਥੇ ਕੰਮ ਮਕੈਨੀਕਲ 'ਚ ਜ਼ਿਆਦਾ ਕੰਮ ਹੈ। ਮੈਂ ਪਹਿਲੇ 2 ਸਾਲ ਆਪ ਟਾਇਰਾਂ ਦਾ ਕੰਮ ਕੀਤਾ, ਟਰੱਕਿੰਗ ਟਾਇਰ ਦਾ ਕੰਮ ਕੀਤਾ, ਪਰ ਉਹ ਕੰਮ 'ਚ ਨੋ ਡਾਊਟ ਕੰਮ ਵੀ ਹੈਗਾ, ਪੈਸੇ ਵੀ ਹੈਗੇ ਆ, ਪਰ ਉਹ ਕੰਮ ਥੋੜ੍ਹਾ ਹਾਰਡ ਹੈ, ਥੋੜ੍ਹਾ ਲੋਕੀ ਕਰਕੇ ਪਸੰਦ ਨਹੀਂ ਹੈ। ਸਟੂਡੈਂਟ ਸੌਖਾ ਕੰਮ ਕਰਨਾ ਪਸੰਦ ਕਰਦੇ ਆ, ਅਤੇ ਇਸ ਕਰਕੇ ਉਹ 'ਚ ਮੈਂ ਤਾਂ ਕਹਿੰਦਾ ਵੀ ਜੇ ਤੇ ਕੰਮ ਸਿੱਖ ਕੇ ਆਉਣ, ਸਟੀਲ ਟਾਇਰ ਦਾ ਕੋਈ ਵੀ ਕੰਮ ਸਿੱਖ ਕੇ ਆਉਣ, ਉਹ 'ਚ ਕੰਮ ਮਿਲ ਸਕਦਾ, ਕੁਝ ਵੱਡੀ ਗੱਲ ਨਹੀਂ। 4 ਸਾਲ ਪਹਿਲਾਂ ਤਾਂ ਆਪਣਾ ਘਰ ਅਫੋਰਡ ਫਿਰ ਵੀ ਬੰਦਾ ਕਰ ਸਕਦਾ ਸੀ, ਹੁਣ ਤਾਂ ਮਿਲੀਅਨ ਤੋਂ ਘਰ ਕੋਈ ਘੱਟ ਘਰ ਹੀ ਨਹੀਂ ਹੈਗਾ। ਘਰ ਉਹ ਸੋਚ ਸਕਦਾ ਬੰਦਾ ਇਹ ਕੰਮ ਆ ਕੇ ਵੀ ਉਰੇ ਲੈ ਲਵਾਂਗੇ। ਅਬ ਮੇਰੀ ਸੋਚ ਇਹੀ ਹੈ ਜੀ, ਅੱਜ ਤੋਂ 5 ਸਾਲ ਲਾ ਕੇ ਆਪਾਂ ਇੰਡੀਆ ਚੱਲ ਜਾਣਾ ਜੀ। ਘਰ ਇੱਥੇ ਘਰ ਲੈ ਕੇ ਨਾ ਇੱਕ ਤੇ ਕਿਸ਼ਤਾਂ 25 ਸਾਲ ਲਈ ਇੱਥੇ ਬੰਨੇ ਜਾਵਾਂਗੇ, ਫਾਇਦਾ ਕੋਈ ਨਹੀਂ ਆ, ਤੇ ਇਸ ਕਰਕੇ ਆਪਾਂ 5-7 ਸਾਲ ਲਾ ਕੇ ਨਾ ਘਰੇ ਜਾ ਜਾਈਦਾ। ਪਰ ਤੁਹਾਨੂੰ ਲੱਗਦਾ ਵੀ ਇੰਨਾ ਈਜ਼ੀ ਹੋਊਗਾ? ਪਹਿਲਾਂ ਉੱਥੋਂ ਦੀ ਛੱਡ ਕੇ ਇੱਥੇ ਆਏ ਆ, ਇੱਥੋਂ ਛੱਡ ਕੇ ਫੇਰ ਵਾਪਸ ਜਾਣਾ ਪੈਣਾ ਆ, ਮਤਲਬ ਈਜ਼ੀ ਹੈ ਨਾ? ਮੈਮ ਚੱਕਰ ਪਤਾ ਕੀ ਹੈ ਜੀ, ਹੁਣ ਗੱਲ ਹੈ ਵੀ ਜੇ ਤੇ ਕੰਮ ਹੋਣ, ਜੋਬਾਂ ਹੋਣ, ਸਰਦਾ ਹੋਵੇ ਵਧੀਆ, ਕੋਈ ਨਾ ਵਾਪਸ ਜਾਊਗਾ, ਗਰੰਟੀ ਹੈ। ਪਰ ਹੁਣ ਮੈਮ ਅੱਜ ਦੇ ਟਾਈਮ 'ਤੇ ਇੱਦਾਂ ਦਾ ਸਮਾਂ ਆਇਆ ਪਿਆ ਵਾ, ਨਾ ਤੇ ਜੋਬਾਂ ਹੈਗੀਆਂ, ਕੰਮ ਬਹੁਤ ਘੱਟ ਹੈ, ਖਰਚੇ ਬਹੁਤ ਜ਼ਿਆਦਾ ਨੇ, ਤੇ ਇਸ ਕਰਕੇ ਮੈਨੂੰ ਲੱਗਦਾ ਜੀ ਮੈਂ ਉੱਥੇ ਇੰਡੀਆ ਭਲਵਾਨੀ ਕਰਦਾ ਰਿਹਾ ਜੀ, ਵਧੀਆ ਉੱਥੇ ਮੇਰਾ ਸਰਕਲ ਹੀ ਜੀ, ਵਧੀਆ ਪੈਸੇ ਕਮਾਉਂਦਾ ਰਿਹਾ ਜੀ, ਪਰ ਨਵੇਂ ਮੈਨੂੰ ਬਹੁਤ ਵਧੀਆ ਲੱਗਿਆ ਆ ਕੇ, ਪਰ ਹੁਣ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਜੀ। ਕੈਨੇਡਾ ਦੇ ਬਾਰੇ 'ਚ ਤੁਸੀਂ ਸਟਾਰਟਿੰਗ 'ਚ ਕੋਈ ਸ਼ੇਅਰ ਸੁਣਾ ਰਹੇ ਸੀ, ਮੈਂ ਚਾਹਾਂਗੀ ਪਹਿਲਾਂ ਸਾਡੇ ਦਰਸ਼ਕਾਂ ਦੇ ਨਾਲ ਉਹ ਸ਼ੇਅਰ ਵੀ ਜ਼ਰੂਰ ਸਾਂਝਾ ਕਰਿਓ। ਹਾਂਜੀ, ਕਿਉਂ ਨਹੀਂ ਜੀ। ਉੱਥੋਂ ਬੰਦਾ ਸੋਚ ਕੇ ਕੁਛ ਹੁੰਦਾ, ਪਰ ਇੱਥੇ ਕੈਨੇਡਾ ਜਦੋਂ ਦੁੱਖ ਦਿਖਦਾ ਫਿਰ ਉਦੋਂ ਫਿਰ ਯਾਦ ਆ ਜਾਂਦੀ ਆ। ਵਿੱਚ ਪਰਦੇਸਾਂ ਰੋਲਦਾ ਨੇ ਮੈਂ ਬੈਠਾ ਵਿੱਚ ਕੈਨੇਡੇ, ਨਾ ਕੋਈ ਮੇਰਾ ਸੰਗੀ ਸਾਥੀ, ਨਾ ਕੋਈ ਮੇਰੇ ਨਾਲ ਖੇਡੇ, ਜਿਹੜੇ ਗੋਰੇ ਲੋਕ ਨੀ ਵਤਨੋਂ ਕੱਢੇ ਮਾਏ ਲੜਕੇ, ਉਹਨਾਂ ਦੀ ਅੱਜ ਕਰਾਂ ਗੁਲਾਮੀ ਦਿਨੇ ਰਾਤ ਮਰ ਕੇ, ਜਿਹੜੇ ਹੱਥਾਂ ਨਾਲ ਸੁਣਦੀ ਮਾਏ ਪਾ ਪਾਣੀ ਨਾ ਪੀਤਾ, ਅੱਜ ਭਾਂਡੇ ਮਾਂਜ ਪਕਾਈ ਰੋਟੀ ਨਾਲੇ ਕੱਪੜਿਆਂ ਨੂੰ ਸਾਫ਼ ਕੀਤਾ, ਛੱਡ ਸਰਦਾਰੀ ਮੇਰੀ ਮਾਏ ਝੱਲੀ ਆਣ ਫਕੀਰੀ, ਵਿੱਚ ਬਰਫਾਂ ਦੇ ਠੇਡੇ ਖਾਵਾਂ ਕੌਣ ਦੁੱਖਾਂ ਦਾ ਸੀਰੀ, ਮੈਂ ਸੁਣਿਆ ਸੀ ਸਾਥੋਂ ਵੱਡੇ ਕਰਨ ਕਮਾਈ ਜਾਂਦੇ, 5-7 ਸਾਲ ਉਹ ਕਰ ਕਮਾਈ ਮੁੜ ਵਤਨੀ ਸੀ ਆਂਦੇ, ਮੈਂ ਤਾਂ ਆਪਣਾ ਘਰ-ਬਾਰ ਛੱਡਿਆ, ਨਾਲੇ ਛੱਡਿਆ ਪਿੱਛਾ, ਰੰਨ ਮਿਲੀ ਨਾ ਕੰਨ ਵੀ ਪਾਟੇ, ਨਾ ਕੋਈ ਮਿਲਿਆ ਸਿੱਕਾ, ਪਿੰਡ ਮਣਕਿਆਂ ਵਾਲਾ ਮੱਖਣ, ਨਾ ਕੋਈ ਗੱਲ ਲੁਕੋਵੇ, ਅੱਧੀ ਖਾ ਲਿਓ ਪਰ ਵਤਨ ਨਾ ਛੱਡਿਓ, ਜੇ ਕੋਈ ਸੁਣਦਾ ਹੋਵੇ। ਬਹੁਤ ਵਧੀਆ ਜੀ, ਤੁਸੀਂ ਤਾਂ ਸਾਰਾ ਨਿਚੋੜ ਹੀ ਸਾਨੂੰ ਆਪਣੇ ਇਸ ਕਵਿਤਾ ਦੇ ਰਾਹੀਂ ਸੁਣਾ ਦਿੱਤਾ ਹੈ। ਵੈਸੇ ਮੈਂ ਤੁਹਾਨੂੰ ਪੁੱਛਣ ਨਹੀਂ ਲੱਗੀ ਸੀ ਕੈਨੇਡਾ ਦੀ ਲਾਈਫ ਜਿਹੜੀ ਆ ਕਿੱਦਾਂ ਦੀ ਲੱਗੀ। ਆਪਾਂ ਆਮ ਤੌਰ ਤੇ ਕਹਿੰਦੇ ਆ ਵੀ ਪਿੱਛੋਂ ਅਸੀਂ ਸਰਦਾਰੀਆਂ ਛੱਡ ਕੇ ਇੱਥੇ ਆ ਰਹੇ ਹਾਂ, ਕੰਮ ਕਰ ਰਹੇ ਹਾਂ, ਮਿਹਨਤਾਂ ਕਰ ਰਹੇ ਹਾਂ, ਪਰ ਪਿੱਛੇ ਵੀ ਕਿਹੜਾ ਮਿਹਨਤਾਂ ਦਾ ਮੁੱਲ ਮਿਲ ਰਿਹਾ ਵਾ? ਹਾਂ, ਪਿੱਛੇ ਵੀ ਮਿਹਨਤ ਦਾ ਮੁੱਲ ਤਾਂ ਹੈ ਨਹੀਂ, ਪਰ ਆਪਣਾ ਵਤਨ ਜਿਹੜਾ ਆਪਦਾ ਹੁੰਦਾ ਵਾ, ਇੱਥੇ ਥੋੜ੍ਹਾ ਜਿਹਾ ਕੰਮ ਪਾਲਣਾ ਪੈਂਦਾ। ਜਿਹੜੀ ਫਿਰ ਜਿੱਦਾਂ ਹੁਣ ਜਿਹੜੀ ਸਰਦਾਰੀ ਦਾ ਇੱਥੇ ਸਾਫਾ ਰੱਖ ਕੇ ਇੱਕ ਦਿਹਾੜੀਦਾਰ ਵੀ ਬਣਨਾ ਪੈਂਦਾ, ਨੌਕਰ ਵੀ ਬਣਨਾ ਪੈਂਦਾ, ਹਰ ਤਰ੍ਹਾਂ ਬਣਨਾ, ਉਹ ਚੀਜ਼ਾਂ ਹਾਂਜੀ ਮੌਜੂਦ ਨਹੀਂ। ਉਹਦਾ ਲਾਈਫ ਇੱਥੋਂ ਦੀ ਵਧੀਆ ਵਾ, ਰਹਿਣ ਨੂੰ ਰੋਡ 'ਤੇ ਫਿਰਨ ਨੂੰ, ਦੂਜੇ ਕ੍ਰੋਸ ਕਰਨ ਨੂੰ, ਲਾਈਫ ਵਧੀਆ ਚੀਜ਼ ਹਰ ਇੱਕ ਚੀਜ਼। ਮਹਿੰਗਾ ਕਿੰਨਾ ਕੁ ਹੋ ਗਿਆ ਕੈਨੇਡਾ? ਕਹਿੰਦੇ ਕੈਨੇਡਾ ਬੜਾ ਮਹਿੰਗਾ ਹੋਇਆ। ਕੈਨੇਡਾ ਬਹੁਤ ਮਹਿੰਗਾ ਹੋ ਗਿਆ ਮੈਡਮ। 2019 ਦੇ ਵਿੱਚ ਆਇਆ ਸੀਗਾ, ਉਦੋਂ ਯਾਨੀ ਕਿ ਜਿਹੜੀ $2 ਦੀ ਚੀਜ਼ ਸੀ ਆ 4 ਦੀ $4.5 ਦੀ ਮਿਲ ਰਹੀ ਆ। ਹਾਂਜੀ, ਸੋ ਮਹਿੰਗਾਈ ਦੇ ਨਾਲ ਕਹਿੰਦੇ ਰੈਂਟ ਵਗੈਰਾ ਵੀ ਬਹੁਤ ਜ਼ਿਆਦਾ ਵੱਧ ਗਏ ਨੇ ਤੇ ਜੌਬਸ ਨਹੀਂ ਮਿਲ ਰਹੀਆਂ। ਹਾਂਜੀ, ਇੱਥੇ ਜੌਬਸ ਮਿਲ ਨਹੀਂ ਰਹੀਆਂ, ਕਿਉਂਕਿ 4-5 ਮਹੀਨੇ ਤਾਂ ਹਰ ਇੱਕ ਬੰਦਾ ਕਹਿੰਦਾ ਸੀਗਾ, ਜੋ ਦਸੰਬਰ ਤੋਂ ਲੈ ਕੇ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਤੱਕ ਸਾਰੇ ਵਿਹਲੇ ਬੈਠੇ ਰਹੇ। ਜਿਹੜੇ PR ਬੰਦੇ ਇੱਥੋਂ ਦੇ ਉਹ ਵੀ ਵਿਹਲੇ ਬੈਠੇ ਰਹੇ, ਉਹਨਾਂ ਨੂੰ ਜੌਬ ਨਹੀਂ ਮਿਲੀ, ਤੇ ਅਸੀਂ ਵੀ ਵਿਹਲੇ ਬੈਠੇ ਰਹੇ। ਹੁਣ ਕਦੇ ਸਾਨੂੰ ਵੁੱਡਮੈਨ 'ਤੇ ਕੰਮ ਮਿਲ ਜਾਂਦਾ ਵਾ, ਕਦੀ ਪਾਲਕਾਰੀ ਫੈਕਟਰੀ 'ਚ ਏਜੰਸੀ ਵਾਲੇ ਭੇਜ ਦਿੰਦੇ ਆ, ਹਾਂਜੀ ਇੱਦਾਂ ਕੰਮ ਮਿਲ ਜਾਂਦਾ ਸਰ। ਤੁਸੀਂ ਕਿਹਾ PR ਵੀ ਇੱਥੇ ਆ ਕੇ ਵਿਹਲੇ ਪੈ ਰਹੇ ਨੇ, ਸਰ ਜਿਹੜੇ ਸਟੂਡੈਂਟਸ ਆਏ ਆ ਉਹਨਾਂ ਦਾ ਤਾਂ ਫਿਰ ਬਹੁਤ ਔਖਾ ਹੁੰਦਾ ਹੋਣਾ? ਨਹੀਂ, ਉਹਨਾਂ ਦਾ ਹਾਂਜੀ ਬਹੁਤ ਔਖਾ, ਕਿਉਂਕਿ ਉਹਨਾਂ ਦੇ ਵਿਚਾਰਿਆਂ ਦਾ ਤਾਂ ਕੰਮ ਲੱਭਦੇ ਫਿਰਦੇ, ਕਦੇ ਜੌਬ ਨੂੰ ਕਿਸੇ ਪਾਸੇ ਜਾਂਦੇ, ਕਦੇ ਬਰੈਂਪਟਨ ਜਾਂਦੇ, ਕਦੀ ਇੱਥੇ ਆਉਂਦੇ ਆ, ਤੇ ਵਿਚਾਰੇ ਕੋਲ ਰੈਂਟ ਵੀ ਹੈ ਨਹੀਂਗਾ, ਤੇ ਬਹੁਤ ਔਖਾ ਹੁੰਦਾ ਸਟੂਡੈਂਟਾਂ ਵਾਸਤੇ, ਤਾਂ ਬਹੁਤ ਔਖਾ, ਵਿਚਾਰਿਆਂ ਨੇ ਫੀਸ ਵੀ ਭਰਨੀ ਹੁੰਦੀ ਆਪਣੀ। ਡਿਪਰੈਸ਼ਨ ਕਿੰਨਾ ਕੁ ਹੈਗਾ, ਕਿੰਨਾ ਕੁ ਤੁਹਾਨੂੰ ਮਾਨਸਿਕ ਤਣਾਅ ਇੱਥੇ ਝੱਲਣਾ ਪੈਂਦਾ ਹੈ? ਮਾਨਸਿਕ ਤਣਾਅ ਬਹੁਤ ਜ਼ਿਆਦਾ, ਹਰ ਇੱਕ ਮੈਂ ਤੁਹਾਨੂੰ ਜੋ ਸ਼ੇਰ ਸੁਣਾਤਾ, ਹਰ ਇੱਕ ਨੂੰ ਅੰਦਰੋਂ ਭਾਵੇਂ ਜਿੱਦਾਂ ਮਰਜ਼ੀ ਖੁਸ਼ਖੁਸ਼ਹਾਲੀ ਹੋਵੇ, ਟੌਰ ਕੱਢਿਆ ਹੋਵੇ, ਪਰ ਅੰਦਰੋਂ ਦੁਖੀ ਹੁੰਦਾ ਬੰਦਾ ਕੈਨੇਡਾ ਜਾ ਕੇ। ਉਹਨੇ ਰੈਂਟ ਵੀ ਦੇਣਾ ਹੁੰਦਾ, ਉਹਨੂੰ ਜੌਬ ਨਹੀਂ ਮਿਲਦੀ, ਯਾਰ ਕੋਈ ਪੈਸਾ ਜੇਬ ਖਰਚਾ ਵੀ ਚਾਹੀਦਾ, ਫਿਰ ਉਹਨੇ ਗਰੋਸ ਵੀ ਖਰੀਦਣੀ ਹੁੰਦੀ ਆ। ਪਰ ਮੈਂ ਤਾਂ ਸੋਚਿਆ ਵੀ ਬਹੁਤੀ ਲਾਈਫ ਵਧੀਆ ਨਹੀਂ, ਜਿਨ੍ਹਾਂ ਨੇ ਘਰ ਵੀ ਖਰੀਦੇ ਉਹਨਾਂ ਨੇ ਵਿਚਾਰਿਆਂ ਨੇ ਆਪਣੇ ਦੇਣੇ ਹੁੰਦੇ ਆ, ਉਹਨਾਂ ਨੂੰ ਨੀਂਦਾਂ ਨਹੀਂ ਪੈਂਦੀਆਂ ਕਿ ਘਰਾਂ ਦੀਆਂ ਮਾਰਗੇਜ ਪੇ ਕਰਦੀਆਂ ਨੇ? ਹਾਂ, ਪੇ ਕਰਨੀ, ਹਾਂਜੀ ਪੇ ਕਰਨੇ ਆ। ਇੱਥੇ ਆਉਣਾ ਚਾਹੀਦਾ ਵਾ, ਜਿਹੜੇ ਪਿੱਛੇ ਸੈੱਟ ਹੈਗੇ ਐਟਲੀਸਟ ਆਪਦਾ ਉੱਥੇ ਵਧੀਆ ਸੰਭਾਲਣ ਮਾਂ ਪਿਓ ਨੂੰ। ਦੇਖੋ ਮੈਡਮ, ਮੈਂ ਆਪਦੇ ਬਾਰੇ ਗੱਲ ਕਰਦਾ, ਮੇਰੇ ਕੋਲ 20 ਕਿੱਲੇ ਜ਼ਮੀਨ ਦੇ ਆ, ਮੇਰੇ ਕੋਲ ਦੁਕਾਨਾਂ ਵੀ ਰੈਂਟ 'ਤੇ ਦਿੱਤੀਆਂ ਹੋਈਆਂ, ਉੱਥੇ ਮੇਰਾ ਵਧੀਆ ਗੁਜ਼ਾਰਾ ਸੀਗਾ। ਪਰ ਬੇਟੀ ਮੇਰੀ PR ਹੋ ਗਈ ਇੱਥੇ, ਉਹ ਕਹਿੰਦੀ ਕਿ ਨਹੀਂ ਹੁਣ ਤੂੰ ਇੱਥੇ ਰਹਿਣਾ, ਤੁਹਾਨੂੰ ਮੈਂ ਵਰਕ ਪਰਮਿਟ PR ਕਰਾ ਕੇ ਘੱਲਣਾ। ਤੇ ਜਿਵੇਂ ਤੁਸੀਂ ਕਿਹਾ ਕਿ ਬੇਟੀ ਕਹਿੰਦੀ ਇੱਥੇ ਰਹਿਣਾ, ਵੈਸੇ ਇੱਥੇ ਰਹਿਣਾ ਜ਼ਿਆਦਾ ਵਧੀਆ ਲੱਗਦਾ ਜਾਂ ਇੰਡੀਆ? ਇੰਡੀਆ ਵਧੀਆ ਲੱਗਦਾ। ਇੰਡੀਆ 'ਚ ਇਹੋ ਜਿਹਾ ਕੀ ਹੈ ਜਿਹੜਾ ਇੱਥੇ ਨਹੀਂ ਤੁਹਾਨੂੰ ਮਿਲਿਆ? ਇੱਥੇ ਸਾਨੂੰ ਕੰਮ ਭਾਲਣਾ ਪੈਂਦਾ, ਜੌਬ ਨਹੀਂ ਮਿਲਦੀ, ਖਰਚੇ ਤੋਂ ਤੰਗ ਆਈਦਾ,
ਉੱਥੇ ਇੱਧਰੋਂ ਹੀ ਖਰਚਾ, ਇੱਧਰੋਂ ਫੜ ਲਓ ਹਾਂਜੀ, ਇੱਦਾਂ ਕਰਕੇ ਉੱਥੇ ਕੰਮ ਚੱਲਦਾ ਜਾਂਦਾ, ਆਪਣਾ ਕੰਮ ਹੈਗਾ। ਉੱਥੇ ਅਜੇ ਆਪਸੀ ਪਿਆਰ ਜਿਵੇਂ ਗੱਲਾਂ ਕਰਦੇ ਆ ਵੀ ਕੋਈ ਗੁਆਂਢੀ ਨਾਲ ਚਲੋ ਹਜੇ ਵੀ ਮਿਲਦਾ ਵਰਤਦਾ ਆ, ਜਾਂ ਇੱਥੇ ਵਾਂਗੂ ਮਾਹੌਲ ਹੋ ਗਿਆ ਉੱਥੇ ਵੀ ਕਿ ਆਪੋ ਆਪਣੀ ਪਈ ਹੋਈ ਆ ਬਸ? ਹੈ ਤਾਂ ਆਪਣੇ ਮਾਹੌਲ ਤਾਂ ਹੈਗਾ, ਪਰ ਫਿਰ ਵੀ ਉਹਨਾਂ ਦਿਲਾਂ 'ਚ ਪਿਆਰ ਹੈ ਇੱਕ ਦੂਜੇ ਨਾਲ, ਨਫ਼ਰਤ ਨਹੀਂ ਹੈਗੀ ਇੰਨੀ ਵੀ ਪਿਆਰ ਆ। ਹੁਣ ਜਿੱਦਾਂ ਇੱਥੇ ਸਾਡੇ ਮੈਂ ਕਲਾਕਾਰ ਸਿੰਗਰ ਆ, ਇੱਥੇ ਮੇਰੇ ਸ਼ੋਅ ਘੱਟ ਲੱਗਦੇ ਆ, ਉੱਥੇ ਮੇਰੇ ਸ਼ੋਅ ਲੱਗਦੇ ਆ, ਵਿਆਹਾਂ ਸਾਦੇ 'ਤੇ ਬੁਲਾਉਂਦੇ ਆ, ਕਲਚਰ ਵੀ ਉੱਥੋਂ ਦਾ ਵਧੀਆ, ਪ੍ਰੋਗਰਾਮ ਵੀ ਲੱਗਦੇ ਆ। ਫਿਰ ਤੁਹਾਨੂੰ ਪਤਾ ਸਿੰਗਰ ਦੇ ਉੱਤੋਂ ਦੀ ਇੱਕ ਹੀ ਬੰਦਾ ਕਦੀ 10-10 ਹਜ਼ਾਰ ਰੁਪਈਆ ਸੱਟ ਜਾਂਦਾ, ਸਾਨੂੰ ਖੁਸ਼ੀ ਹੁੰਦੀ ਹੈ ਨਾਲ। ਸਾਡੇ ਕੋਲ ਆਪਣੇ ਫੋਟੋ ਵੀ ਖਿਚਾ ਕੇ ਜਾਂਦੀ, ਸਾਰੇ ਪਰਿਵਾਰ ਹਨ, ਭੈਣਾਂ ਵੀ ਖਿਚਾ ਕੇ ਜਾਂਦੀਆਂ ਸਾਡੇ ਨਾਲ ਫੋਟੋ, ਸਾਨੂੰ ਬੜਾ ਉੱਥੇ ਸਤਿਕਾਰ ਮਿਲਦਾ, ਮਾਣ ਮਿਲਦਾ ਗਾਇਕੀ 'ਚ। ਸੋ ਜਿਵੇਂ ਤੁਸੀਂ ਗੱਲ ਕੀਤੀ ਆ, ਸੋ ਮਤਲਬ ਵੀ ਓਵਰਆਲ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਕਿੱਦਾਂ ਦਾ ਆ? ਕਿੰਨਾ ਲਈ ਆ ਜਾਂ ਕਿੰਨਾ ਦਾ ਆ ਜਾਂ ਕਿੰਨਾ ਲਈ ਆ? ਕੈਨੇਡਾ ਤਾਂ ਹੈ, ਉਹ ਕੰਮ ਕਰਨ ਵਾਲੇ ਕੈਨੇਡਾ ਹੈ ਤਾਂ ਬਹੁਤ ਵਧੀਆ। ਕੈਨੇਡਾ ਕੰਟਰੀ, ਕੈਨੇਡਾ ਮਾੜੀ ਨਹੀਂ ਮੈਂ ਕਹਿੰਦਾ। ਜਿਹੜੇ ਮੁਲਕ ਦਾ ਖਾਈਏ ਉਸ ਨੂੰ ਬੁਰਾ ਨਹੀਂ ਮੰਗੀਦਾ। ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਭੰਡੀ ਜਾ। ਆਪਣਾ ਦੇਸ਼ ਵੀ ਕੈਨੇਡਾ ਵੀ ਵਧੀਆ ਦੇਸ਼ ਹੈਗਾ ਜਿੱਥੇ ਹੈਗੇ, ਕਿਉਂਕਿ ਇੱਥੇ ਹੈਗਾ ਸਟੂਡੈਂਟਾਂ ਨੇ ਵਧੀਆ ਵਾ। ਇੱਕ ਜਿਹੜੀਆਂ ਕੁੜੀਆਂ ਸਾਡੀਆਂ ਰਾਤ ਨੂੰ ਮੈਂ ਦੇਖਦਾ ਵੀ ਇੱਥੇ ਫਿਰਦੀਆਂ ਤਾਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਨਹੀਂ ਫਿਰ ਸਕਦੀਆਂ। ਸੇਫਟੀ ਦੇ ਪੱਖੋਂ ਕਿਵੇਂ ਲੱਗਦਾ? ਸੇਫਟੀ ਦੇ ਪੱਖੋਂ ਇੱਦਾਂ ਵੀ ਰਾਤ ਨੂੰ ਜਿੱਦਾਂ ਮਰਜ਼ੀ ਕੋਈ ਤੁਰਿਆ ਫਿਰੇ, ਕਿਸੇ ਨੂੰ ਡਰ ਨਹੀਂਗਾ, ਬੱਸ ਮਿਲੂਗੀ ਜਿੱਥੇ ਮਰਜ਼ੀ ਜਾਵੇ। ਇਸ ਤੋਂ ਪੱਖੋਂ ਬਹੁਤ ਵਧੀਆ ਕੈਨੇਡਾ। 5 ਸਾਲਾਂ 'ਚ ਚੇਂਜ ਹੋ ਗਿਆ ਕੈਨੇਡਾ? ਚੇਂਜ ਤਾਂ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ। ਅਤੇ ਆਪਣਾ 2018 ਜਦੋਂ ਸਟੱਡੀਜ਼ ਕਰੋਨਾ ਤੋਂ ਪਹਿਲਾਂ ਬਹੁਤ ਜ਼ਿਆਦਾ ਔਖੀਆਂ ਹੁੰਦੀਆਂ ਸੀ, ਹੁਣ ਤਾਂ ਫਿਰ ਵੀ ਚਲੋ ਔਨਲਾਈਨ ਕਲਾਸਿਸ ਵਗੈਰਾ ਹੈ ਆ ਅਤੇ ਠੀਕ ਆ। ਅਤੇ ਜੋਬਸ ਤਾਂ ਥੋੜ੍ਹਾ ਜਿਹਾ ਜ਼ਿਆਦਾ ਔਖਾ ਹੋ ਗਿਆ। ਜਿੱਦਾਂ ਹੁਣ ਮੈਂ PR ਵੀ ਹਾਂ ਅਤੇ ਮੈਂ ਇੰਡੀਆ ਗਿਆ ਹੀ ਹੁਣ ਆਇਆ, ਮੈਨੂੰ ਹਜੇ ਸਿੱਧਾ ਜੋਬ ਮਿਲੀ ਨਹੀਂ ਆ। ਸੋ PR ਨੂੰ ਵੀ ਜੋਬਸ ਲਈ ਇੰਨਾ ਔਖਾ ਹੋ ਰਿਹਾ? ਹਾਂਜੀ, ਮੈਨੂੰ ਅਰਾਊਂਡ ਹਜੇ 3-4 ਵੀਕਸ ਹੋਏ ਆਇਆ ਨੂੰ ਇੰਡੀਆ ਤੋਂ ਦੁਬਾਰਾ, ਅਤੇ ਮੈਨੂੰ ਹਜੇ ਜੋਬ ਮਿਲੀ ਨਹੀਂ ਆ। ਹਾਂਜੀ, ਮੈਂ AZ ਵੀ ਹੈ ਆ, ਅਤੇ ਸਿਕਿਉਰਿਟੀ ਦਾ ਲਾਇਸੈਂਸ ਵੀ ਹੈ ਆ, ਫੋਰਲਿਫਟ ਦਾ ਵੀ ਹੈ ਆ, ਕੰਮ ਸਾਰੀ ਹੈ, ਐਕਸਪੀਰੀਅੰਸ ਵੀ ਹੈ ਆ, ਪਰ ਏਜੰਸੀ 'ਚ ਜਾਈਦਾ ਆ ਕੋਈ ਹੁੰਦਾ ਨਹੀਂ ਆ। ਤੁਸੀਂ ਜਿੰਨੇ ਨਾਮ ਗਣਾਏ ਨੇ ਨਾ, ਸਾਰਿਆਂ ਦੀ ਕਹਿੰਦੇ ਉਰੇ ਡਿਮਾਂਡ ਬਹੁਤ ਆ। ਚਾਹੇ AZ ਦੀ ਗੱਲ ਕੀਤੀ ਜਾਵੇ, ਫੋਕਲਿਫਟ ਵਾਲਿਆਂ ਦੀ ਗੱਲ ਕੀਤੀ ਜਾਵੇ, ਅਤੇ ਤੁਸੀਂ ਸਿਕਿਉਰਿਟੀ ਦੀ ਗੱਲ ਕੀਤੀ ਹੈ, ਇਹ ਵੀ ਕਹਿੰਦੇ ਇਹਨਾਂ ਦੀ ਡਿਮਾਂਡ ਬਹੁਤ ਆ। ਪਰ ਤੁਸੀਂ ਕਹਿ ਰਹੇ ਹੋ ਕਿ ਐਕਸਪੀਰੀਅੰਸ ਦੇ ਬਾਵਜੂਦ ਨਹੀਂ ਮਿਲ ਰਿਹਾ। AZ ਦਾ ਐਕਸਪੀਰੀਅੰਸ ਵੀ ਸਾਲ ਤੋਂ ਥੱਲੇ ਰੱਖਦਾ ਨਹੀਂ ਹੈ ਜੀ, ਸਾਲ 2 ਸਾਲ ਦਾ ਐਕਸਪੀਰੀਅੰਸ ਆਉਂਦੇ ਆ। ਅਤੇ ਜੇ ਫੋਰਲਿਫਟ ਦੀ ਆਪਾਂ ਗੱਲ ਕਰੀਏ ਤਾਂ ਫੋਰਲਿਫਟ ਦੇ ਵੀ ਹੈ ਆ ਕੰਮ, ਪਰ ਉਹ ਜ਼ਿਆਦਾ ਦੂਰ ਪੈ ਜਾਂਦਾ, ਲੰਡਨ ਵਗੈਰਾ 'ਚ। ਆਪਣੇ ਬਰੈਂਪਟਨ 'ਚ ਬਹੁਤ ਥੋੜ੍ਹਾ ਆ, ਬਰੈਂਪਟਨ 'ਚ ਨਹੀਂ ਬਣਦੀ ਗੱਲ। ਹਾਂਜੀ, ਅਤੇ ਸਿਕਿਉਰਿਟੀ ਦਾ ਵੀ ਹੈ ਆ। ਜੇ ਆਪਾਂ ਦੇਖਦੇ ਹਾਂ ਹੁਣ ਸਿਕਿਉਰਿਟੀ ਦਾ ਪਿੱਛੇ ਜੀ ਆ ਸਿਵਲ ਹੋਸਪੀਟਲ 'ਚ ਆਪਣੇ ਹੋਏ ਸੀ, ਬਹੁਤ ਲੰਮੀ ਲਾਈਨ ਆ। ਹਾਂਜੀ, ਅਤੇ ਉਹ ਜੋਬਸ 'ਤੇ ਸਾਰੀਆਂ 15 ਜਾਂ 20 ਵੈਕੈਂਸੀਆਂ ਹੁੰਦੀਆਂ ਆ, ਅਤੇ ਬੰਦੇ ਉਹਨਾਂ ਨੂੰ ਜ਼ਿਆਦਾ ਥੋੜ੍ਹੇ ਚਾਹੀਦੇ ਆ, ਸਟੂਡੈਂਟ ਵੀ ਜ਼ਿਆਦਾ ਹੁੰਦੇ ਆ, ਤਾਂ ਕਰਕੇ। ਜਿਵੇਂ ਤੁਸੀਂ ਗੱਲ ਕੀਤੀ ਆ, ਸੋ ਹੁਣ ਜਦ ਜੋਬ ਹੀ ਨਹੀਂ ਮਿਲਦੀ, ਰੈਂਟ ਵਗੈਰਾ ਕਿਵੇਂ ਅਫੋਰਡ ਹੋਏਗਾ? ਅਫੋਰਡੇਬਿਲਿਟੀ ਦਾ ਬਾਰੇ ਕਿਵੇਂ ਕਹੋਗੇ? ਰੈਂਟ ਕਿੰਨੇ ਕੁ ਮਹਿੰਗੇ ਹੋ ਗਏ ਨੇ? ਗਰੋਸਰੀਜ਼ ਕਿੰਨੀਆਂ ਕੁ ਮਹਿੰਗੀਆਂ ਹੋ ਗਈਆਂ? ਰੈਂਟ ਦਾ ਜੀ ਜ਼ਿਆਦਾ ਨਹੀਂ, ਕੋਈ $100 ਦੀ ਫਰਕ ਪਿਆ 2018 ਵੀ ਲੈ ਜਾਓ ਹੁਣ ਸੀ ਨਾ। ਪਹਿਲਾਂ ਵੀ ਅਸੀਂ 300-400 ਦਿੰਦੇ ਹੁੰਦੇ ਸੀ, ਹੁਣ ਵੀ ਸਾਡਾ 500 ਸੀ ਨਹੀਂ ਜਾਂਦਾ। ਹੁਣ ਜੀ ਤੁਸੀਂ ਸਿੰਗਲ ਦੀ ਗੱਲ ਕਰ ਰਹੇ ਹੋ ਜਾਂ ਸ਼ੇਅਰਿੰਗ 'ਚ? ਨਹੀਂ, ਸ਼ੇਅਰਿੰਗ 'ਚ ਅਸੀਂ 6 ਜਣੇ ਰਹਿੰਦੇ ਆ ਜੀ। 3 ਬੈਡਰੂਮ ਆਪਣਾ ਹਾਊਸ ਹੈ ਜੀ। ਅਤੇ ਗਰੋਸਰੀ ਦਾ ਹਾਂਜੀ ਫਰਕ ਪਿਆ ਆ, ਮਹਿੰਗੀਆਂ ਹੋਈਆਂ ਆ ਆਪਣਾ ਦੁੱਧ ਵਗੈਰਾ ਰੇਟ। ਅਤੇ ਉੱਦਾਂ ਦੇ ਚਲੋ ਚੱਲੀ ਜਾਂਦਾ ਆ, ਸੇਵਿੰਗ ਸਾਰੀ ਉੱਡ ਚੱਲੀ ਆ, ਜਿਹੜੀ ਹੈਸ ਇੰਡੀਆ ਗਈ ਸੀ, ਅਤੇ ਚੱਲੀ ਜਾਂਦਾ, ਲੱਭ ਹੀ ਜਾਊਗਾ ਹੁਣ ਥੋੜ੍ਹੇ ਦਿਨਾਂ ਨੂੰ। ਜਿਵੇਂ ਤੁਸੀਂ ਗੱਲ ਕੀਤੀ ਇਹਦਾ ਰੀਜ਼ਨ ਕੀ ਲੱਗ ਰਿਹਾ ਵੀ? ਕਿਉਂਕਿ ਜਿਵੇਂ ਤੁਹਾਨੂੰ PR ਨੂੰ ਨਹੀਂ ਮਿਲ ਰਹੀ, ਸਟੂਡੈਂਟਸ ਨੇ ਤਾਂ ਆਪਣੀਆਂ ਜੌਬਸ ਕਰਕੇ ਅੱਗੇ ਫੀਸਾਂ ਵੀ ਕਈ ਵਾਰੀ ਪੂਰੀਆਂ ਕਰਨੀਆਂ ਹੁੰਦੀਆਂ ਨੇ, ਕਿੰਨਾ ਕੁ ਔਖਾ ਹੋ ਰਿਹਾ ਜੌਬਸ ਨੂੰ ਲੈ ਕੇ ਹੋ ਰਿਹਾ, ਅਤੇ ਕਿਉਂ ਹੋ ਰਿਹਾ? ਤੁਹਾਨੂੰ ਰੀਜ਼ਨ ਕੀ ਲੱਗ ਰਿਹਾ ਇਹਦੇ ਲਈ? ਰੀਜ਼ਨ ਮੈਨੂੰ ਇਹੀ ਲੱਗ ਰਿਹਾ ਜੀ, 2018 ਤੋਂ ਲੈ ਕੇ 2023 ਚੱਲ ਪਿਆ ਜੀ, ਅਤੇ ਜ਼ਿਆਦਾ ਸਟੂਡੈਂਟ ਆਪਣੇ ਹੰਬਰ, ਸ਼ੈਰਡਨ ਜਾਂ ਕੈਨਾਡੋਰ ਜਾਂ ਸੈਂਟੇਨੀਅਲ 'ਚ ਹੀ ਆ ਰਹੇ ਆਪਣੇ ਇਹਨਾਂ ਸ਼ਹਿਰਾਂ 'ਚ, ਮਿਸੀਸਾਗਾ, ਬਰੈਂਪਟਨ, ਟੋਰਾਂਟੋ 'ਚ ਹੀ। ਅਤੇ ਇਸ ਤੋਂ ਬਾਹਰ ਥੋੜ੍ਹੇ ਜਿੱਦਾਂ ਆਪਣਾ ਲੰਡਨ ਹੈ ਆ, ਕੋਲੇਜ ਵਿੰਡਸਰ ਹੈ ਆ, ਟਿਮਿੰਸ ਹੈ ਆ, ਇੱਧਰ ਨਹੀਂ ਜਾ ਰਹੇ ਸਟੂਡੈਂਟ, ਆਪਣੇ ਇੱਥੇ ਜ਼ਿਆਦਾ ਆ ਰਹੇ ਆ। ਅਤੇ ਜਿੱਦਾਂ ਹੁਣ ਮੈਂ PR ਮੈਂ ਵੀ ਹੁਣ ਸੋਚ ਰਿਹਾ ਵੀ ਮੂਵ ਵੀ ਹੋਣਾ ਪੈਣਾ ਹੈ, ਇੱਥੇ ਨਹੀਂ ਬਣ ਰਹੀ ਗੱਲ, ਕੈਲਗਰੀ, ਲੰਡਨ ਜਾਂ ਵਿੰਡਸਰ ਜਾਣਾ ਪਊਗਾ ਜੀ, ਤਾਂ ਹੈ ਵੀ। ਕਹਿੰਦੇ ਇੰਡੀਆ ਹੁਣੀ ਤੁਸੀਂ ਰੀਸੈਂਟਲੀ ਵਿਜ਼ਿਟ ਕਰਕੇ ਆਏ ਹੋ, ਸੋ ਇੰਡੀਆ ਜ਼ਿਆਦਾ ਵਧੀਆ ਲੱਗਿਆ, ਮਤਲਬ ਖੁਸ਼ਨੁਮਾ ਲੱਗਿਆ, ਜਾਂ ਇੱਥੇ ਆ ਕੇ ਵੀ ਡਿਪਰੈਸਡ ਮਾਹੌਲ ਜ਼ਿਆਦਾ ਬੈਟਰ ਲੱਗਿਆ? ਨਹੀਂ ਜੀ, ਇੰਡੀਆ ਤਾਂ ਵਧੀਆ ਆਪਣਾ ਰੋਟੀ ਪਾਣੀ ਦਾ ਵਧੀਆ ਚੱਲਦਾ ਆ। ਹਾਂਜੀ, ਕੋਈ ਕੰਮ ਦੀ ਨਹੀਂ ਟੈਨਸ਼ਨ ਆਪਾਂ ਨੂੰ ਉੱਥੇ ਆ ਗਈ। ਇੱਥੇ ਆ ਕੇ ਫਿਰ ਉਹੀ ਦੁਬਾਰਾ ਤੋਂ ਸ਼ੁਰੂ ਕਰਨਾ ਪੈਣਾ ਆ। ਜੇ ਮੌਕਾ ਮਿਲੇ ਤਾਂ ਦੁਬਾਰਾ ਇੰਡੀਆ ਜਾਣਾ ਚਾਹੋਗੇ? PR ਛੱਡ ਕੇ ਨਹੀਂ ਜਾ ਹੋਣਾ ਹੁਣ ਤਾਂ ਉੱਥੋਂ ਆਇਆ, ਜਿਵੇਂ ਪਹਿਲਾਂ ਸਟੂਡੈਂਟ ਜਾਂ ਹੁੰਦੇ ਫਿਰ ਜੋ ਛੱਡ ਵੀ ਦੇਣਾ ਸੀ, ਪਰ ਹੁਣ ਤਾਂ ਨਹੀਂ ਛੱਡਿਆ ਜਾਣਾ ਜੀ। ਲੱਕੀ ਜੀ, ਕਿਵੇਂ ਦਾ ਰਿਹਾ ਕੈਨੇਡਾ ਆ ਕੇ? ਕਿੰਨਾ ਕੁ ਲੱਕੀ ਫੀਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਰਿਹਾ ਜੀ। ਮਹਾਰਾਜ ਦੀ ਕਿਰਪਾ ਦੇ ਨਾਲ ਮੈਨੂੰ ਮਹੀਨਾ ਕੁ ਹੋਇਆ ਜੀ ਇੱਥੇ ਆਏ ਨੂੰ, ਅਤੇ ਮੈਂ ਤਾਂ ਕਹਿੰਦਾ ਜੀ ਮੇਰੇ ਲਈ ਬਹੁਤ ਵਧੀਆ ਰਿਹਾ, ਬਹੁਤ ਲੱਕੀ ਰਿਹਾ। ਐਕਚੁਅਲ ਦੇ ਵਿੱਚ ਜਿਹੜਾ ਬੰਦਾ ਜੀ ਉੱਥੋਂ ਕੰਮ ਕਰਕੇ ਆਉਂਦਾ ਇੰਡੀਆ ਦੇ ਵਿੱਚ, ਉਹਨੂੰ ਤਾਂ ਨਹੀਂ ਇੱਥੇ ਕੋਈ ਪ੍ਰੋਬਲਮ ਲੱਗਦੀ। ਮੈਂ ਉੱਥੇ ਜੀ ਐਕਸਪੀਰੀਅੰਸ ਸੀਗਾ ਮੇਰੇ ਕੋਲ 4 ਸਾਲ ਦਾ ਕੁਕਿੰਗ ਲਾਈਨ ਦਾ, ਅਤੇ ਮੈਨੂੰ ਇੱਥੇ ਸੈਕਿੰਡ ਡੇ ਹੀ ਕੰਮ ਮਿਲ ਗਿਆ ਜੀ। ਕੀ ਬਾਤ ਹੈ। ਠੀਕ।
ਸੋ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਉੱਥੋਂ ਕੰਮ ਕਰਕੇ ਆਉਂਦਾ ਤੇ ਉਹਨਾਂ ਨੂੰ ਇੱਥੇ ਪ੍ਰੋਬਲਮ ਨਹੀਂ ਹੁੰਦੀ, ਤੁਹਾਨੂੰ ਲੱਗਦਾ ਵੀ ਇਹ ਵੀ ਚੀਜ਼ ਮੈਟਰ ਕਰਦੀ ਹੈ ਵੀ ਤੁਸੀਂ ਕਿਹੜਾ ਕੰਮ ਸਿੱਖਿਆ ਵਾ ਜਾਂ ਕਿਹੜੀ ਫੀਲਡ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ? ਹਾਂਜੀ, ਆਪਾਂ ਨੂੰ ਹੁਣ ਪਤਾ ਹੀ ਆ, ਆਪਣੇ ਭੈਣ ਭਰਾ ਸਾਰੇ ਇੱਥੇ ਰਹਿੰਦੇ ਆ ਜੀ, ਆਪਾਂ ਨੂੰ ਪਤਾ ਹੀ ਆ ਵੀ ਰੋਜ਼ ਗੱਲਾਂ ਹੁੰਦੀਆਂ ਵੀ ਉੱਥੇ ਕਿਹੜੇ ਕੰਮ ਦੀ ਡਿਮਾਂਡ ਆ। ਕੋਈ ਵੀ ਬੰਦੇ ਕੋਲੇ ਹੁਨਰ ਹੋਵੇ ਨਾ ਜੀ ਹੱਥ ਦੇ ਵਿੱਚ, ਜਿਵੇਂ ਕਹਿ ਦਿੰਦੇ ਆਪਾਂ ਵੀ ਉਹ ਤਾਂ ਬੰਦਾ ਸੜਕ 'ਤੇ ਖੜ ਕੇ ਵੀ ਆਪਦੀ ਰੋਟੀ ਪਾਣੀ ਚਲਾ ਸਕਦਾ ਜੀ। ਸੋ ਉੱਦਾਂ ਮੈਨੂੰ ਲੱਗ ਰਿਹਾ ਜੀ ਵੀ ਸਾਰੇ ਬੰਦੇ ਜਿਹੜੇ ਵੀ ਆਪਣੇ ਆਉਂਦੇ ਆ ਆਪਦਾ ਹੁਨਰ ਲੈ ਕੇ ਆਉਣ ਇੱਥੇ ਆ, ਫਿਰ ਵੈਲਿਊ ਤਾਂ ਪੈਂਦੀ ਹੈ ਜੀ। ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਇਹ ਬਹੁਤ ਵਧੀਆ ਗੱਲ ਕੀਤੀ ਹੈ ਕਿ ਐਟਲੀਸਟ ਸਕਿੱਲਸ ਜਿਹੜੀਆਂ ਨੇ ਜ਼ਰੂਰ ਸਿੱਖ ਕੇ ਆਉਣ। ਤੁਹਾਨੂੰ ਕੀ ਲੱਗਦਾ ਵੈਸੇ ਜਿਹੜੇ ਦਰਸ਼ਕ ਇਸ ਵਕਤ ਦੇਖ ਰਹੇ ਨੇ, ਸਟੂਡੈਂਟਸ, ਜਿਵੇਂ ਜਦੋਂ ਤੱਕ ਵੀਜ਼ਾ ਪ੍ਰੋਸੈਸ ਹੁੰਦਾ ਆ, ਕਾਫੀ ਟਾਈਮ ਹੁੰਦਾ ਆ, ਕਿਹੜੀਆਂ ਚੀਜ਼ਾਂ ਸਿੱਖ ਸਕਦੇ ਨੇ ਜਾਂ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਸਿੱਖਣੀਆਂ ਚਾਹੀਦੀਆਂ ਨੇ ਜੋ ਚੀਜ਼ ਇੱਥੇ ਉਹਨਾਂ ਨੂੰ ਹੈਲਪ ਕਰ ਸਕਦੀ ਆ? ਮਹੀਨੇ 'ਚ ਤੁਹਾਨੂੰ ਕੀ ਚੀਜ਼ ਤੁਸੀਂ ਆਬਜ਼ਰਵ ਕੀਤੀ ਹੈ ਇੱਥੇ ਜੀ? ਜਿੱਦਾਂ ਮੈਂ ਤਾਂ ਆਪਦੀ ਤੇ ਦੱਸਦਾ, ਕੁਕਿੰਗ ਹੋ ਗਿਆ, ਜਿਵੇਂ ਆਪਣੇ ਕਟਿੰਗ ਦਾ ਹੋ ਗਿਆ ਜੀ, ਕੋਈ ਵੀ ਹੁਨਰ ਆ ਮੈਡਮ, ਜਿਵੇਂ ਟਿਫਨ ਦਾ ਚਲਾਇਆ ਹੋਇਆ ਲੋਕਾਂ ਨੇ ਜੀ, ਤੇ ਵਿੱਚ ਬੰਦਿਆਂ ਨੂੰ ਨਾਲੇ ਆਪਣੇ ਇੰਡੀਅਨ ਨੂੰ ਫੂਡ ਵਧੀਆ ਲੱਗਦਾ ਜੀ, ਇੰਡੀਅਨ ਕੁਛ ਨਾ ਕੁਛ ਜੀ ਕੰਮ ਸਿੱਖ ਕੇ ਬੰਦਾ ਆਵੇ ਤਾਂ ਇੱਥੇ ਆਉਣ ਸਾਰ ਵੈਲਿਊ ਪੈਂਦੀ ਆ। ਮੈਂ ਆਪਦੇ ਤੇ ਲੱਗਦਾ ਮੇਰੀ ਤਾਂ ਮਹਾਰਾਜ ਨੇ ਪਾਈ ਹੈ ਜੀ। ਕਹਿੰਦੇ ਵੀ ਜਿਹੜੇ ਪਿਛਲੇ ਆਏ ਨੇ ਉਹ ਦੱਸਦੇ ਨੇ ਵੀ ਮਹਿੰਗਾ ਕਾਫੀ ਹੋ ਗਿਆ, ਤੁਹਾਨੂੰ ਕਿਵੇਂ ਦਾ ਲੱਗਿਆ ਐਜ਼ ਕੰਪੇਅਰ ਟੂ ਪੇ ਸਕੇਲ? ਕਿੰਨੀ ਕੁ ਮਹਿੰਗੀ? ਮਹਿੰਗਾ ਤਾਂ ਜੀ ਲੱਗਣਾ ਹੀ ਆ। ਦੇਖੋ ਜਦੋਂ ਹੁਣ ਆਪਾਂ ਪਹਿਲਾਂ ਉੱਧਰੋਂ ਡਾਲਰ ਤੁਹਾਨੂੰ ਪਤਾ ਹੀ ਆ ਨੋਰਮਲ ਥੋੜ੍ਹਾ ਜਿਹਾ ਬੰਦਾ ਲਿਆਉਂਦਾ ਜੀ, ਹੁਣ ਸਾਰੇ ਇੱਥੇ ਉਹ ਲੱਗਣ ਲੱਗ ਜਾਂਦੇ ਆ। ਸੋ ਮੈਨੂੰ ਆਏ ਆ ਜੀ, ਮੈਂ ਆ ਕੇ ਜੋਬ 'ਤੇ ਲੱਗਿਆ, ਚਲੋ ਜੀ ਇਨਕਮ ਆਉਣ ਲੱਗ ਗਈ ਤੇ ਬਸ ਆਪਦਾ ਚਲਾਈ ਜਾਂਦੇ ਆ ਜੀ ਸਰਕਲ। ਰੈਂਟ ਰੂੰਟ ਕਿੰਨੇ ਕੁ ਮਹਿੰਗੇ ਲੱਗੇ? ਰੈਂਟ ਠੀਕ ਹੈ ਜੀ, ਹਜੇ ਤਾਂ ਮਹੀਨੇ ਦਾ ਆਉਣਾ ਵਾ ਜੀ। ਪਹਿਲਾਂ ਤਾਂ ਇਹਨੂੰ ਹੀ ਪਤਾ ਜੀ ਇਹਨਾਂ ਨੇ ਭਰਿਆ, ਮੈਂ ਤਾਂ ਹੁਣ ਹੀ ਦੇਣਾ ਜੀ, ਹਜੇ ਹੁਣ ਪਤਾ ਲੱਗ ਜੂ ਆਪਦੀ ਜੇਬ 'ਚ ਜਦੋਂ ਦਿੱਤਾ ਜੀ। ਕਹਿੰਦੇ ਇੱਥੇ ਜਿਹੜੇ ਹਸਬੈਂਡ ਵਾਈਫ ਇੱਕ ਦੂਜੇ ਨਾਲ ਬਹੁਤ ਸਪੋਰਟਿਵ ਹੁੰਦੇ ਆ ਤੇ ਸਪੋਰਟਿਵ ਹੋ ਕੇ ਹੀ ਅੱਗੇ ਜ਼ਿੰਦਗੀ ਲੰਘਦੀ ਆ, ਤੇ ਮੈਨੂੰ ਲੱਗ ਰਿਹਾ ਕਿ ਤੁਸੀਂ ਵੀ ਇੱਕ ਦੂਜੇ ਨਾਲ ਕਾਫੀ ਸਪੋਰਟਿਵ ਹੈਗੇ ਹੋ। ਸੋ ਇਹ ਚੀਜ਼ ਮਤਲਬ ਮੈਨੂੰ ਲੱਗਦਾ ਇਹ ਚੀਜ਼ ਇੱਥੇ ਆ ਕੇ ਲੋਕੀ ਬਹੁਤ ਸਿੱਖਦੇ ਆ। ਇੱਧਰੋਂ ਆਪਾਂ ਹੁਨਰ ਲੈ ਕੇ ਆਈਏ, ਇੱਧਰੋਂ ਆਪਾਂ ਸਪੋਰਟ ਸਿੱਖ ਕੇ ਆਈਏ, ਘਰੋਂ ਹੀ ਉੱਥੋਂ ਸਿੱਖ ਕੇ ਆਈਏ, ਤੇ ਇੱਥੇ ਬਹੁਤ ਵਧੀਆ ਲੱਗਦਾ ਜੀ, ਕੋਈ ਪ੍ਰੋਬਲਮ ਹੀ ਨਹੀਂ ਆਉਂਦੀ। ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਕਿੱਲਸ ਸਿੱਖਣੀ ਚਾਹੀਦੀ ਹੈ ਤੇ ਤੁਹਾਨੂੰ 1 ਮਹੀਨੇ ਦੇ ਵਿੱਚ ਜੌਬ ਮਿਲ ਗਈ, ਵੈਸੇ ਉਂਝ ਮਾੜਾ ਮੋਟਾ ਘੁੰਮੇ ਫਿਰੇ ਹੋ, ਸੇਫਟੀ ਪੱਖੋਂ ਕਿਵੇਂ ਦਾ ਲੱਗਿਆ ਤੁਹਾਨੂੰ ਕੈਨੇਡਾ? ਜਿਵੇਂ ਸੇਫਟੀ ਦੀ ਜੇ ਮੈਂ ਗੱਲ ਕਰਾਂ, ਮਹੀਨੇ 'ਚ ਕਿੰਨਾ ਕੁ ਆਬਜ਼ਰਵ ਕੀਤਾ ਤੁਸੀਂ? ਸੇਫਟੀ ਠੀਕ ਹੈ ਜੀ, ਥੋੜ੍ਹਾ ਜਿਹਾ ਬਿਲੀਵ ਕਰਦੇ ਆ, ਪੁਲਿਸ 'ਤੇ ਬਿਲੀਵ ਕਰਦੇ ਆ ਵੀ ਠੀਕ ਆ, ਹੈਗੇ ਆ ਵੀ ਇੱਦਾਂ ਦਾ ਕੋਈ ਡਰ ਨਹੀਂ ਗਾ। ਤੇ ਵੈਸੇ ਆਪਣੇ ਸਾਰੇ ਪੰਜਾਬੀ ਹੀ ਲੱਗਦੇ ਆ ਜੀ, ਆਪਣੇ ਆਪ ਦਾ ਹੀ ਲੱਗਦਾ ਜੀ। ਮੈਂ ਤਾਂ ਚੰਡੀਗੜ੍ਹ ਰਿਹਾ ਜੀ, ਮੈਨੂੰ ਚੰਡੀਗੜ੍ਹ ਵਰਗਾ ਹੀ ਲੱਗਦਾ ਜੀ ਸਾਰਾ। ਮੈਂ ਪੁੱਛਣ ਹੀ ਲੱਗੀ ਸੀ ਕਿ ਕਿੰਨੇ ਕੁ ਪੰਜਾਬੀ ਲੱਗਿਆ, ਲੱਗਦਾ ਸੀ ਵੀ ਕੈਨੇਡਾ 'ਚ ਆਏ ਹੋ ਜਾਂ ਚੰਡੀਗੜ੍ਹ 'ਚ ਲੱਗ ਰਿਹਾ? ਚੰਡੀਗੜ੍ਹ ਹੀ ਲੱਗਦਾ ਜੀ, ਚੰਡੀਗੜ੍ਹ ਲੱਗਦਾ। ਪੋਜ਼ਿਟਿਵ ਚੀਜ਼ ਲੱਗੀ, ਕਮ ਸੇ ਕਮ ਹੋਮ ਸਿਕਨੈਸ ਵਾਲੀ ਫੀਲਿੰਗ ਨਹੀਂ? ਹਾਂਜੀ ਹਾਂਜੀ, ਕੋਈ ਇੱਦਾਂ ਪਿੱਛਾ ਬਾਹਲਾ ਯਾਦ ਨਹੀਂ ਆਉਂਦਾ, ਠੀਕ ਆ, ਕਿਉਂਕਿ ਇੱਥੇ ਆਪਦੇ ਹੀ ਬੰਦੇ ਆਪਾਂ ਨੂੰ ਮਿਲਦੇ ਆ ਜੀ, ਉਵੇਂ ਹੀ ਰੋਡਾਂ 'ਤੇ ਬਾਜ਼ਾਰਾਂ 'ਚ ਮਿਲਦੇ ਆ, ਕੋਈ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ, ਵਧੀਆ ਜੀ ਸਾਡਾ। ਆਮ ਤੌਰ 'ਤੇ ਜਿਵੇਂ ਅਸੀਂ ਵੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਲਗਾਈਆਂ ਨੇ ਕਿ ਆਪਣੇ ਲੋਕ ਥੋੜ੍ਹਾ ਜਿਹਾ ਮਤਲਬ ਕ੍ਰਾਈਮ 'ਚ ਜ਼ਿਆਦਾ ਹੋ ਗਏ ਨੇ, ਤੁਹਾਨੂੰ ਲੱਗਦਾ ਵੀ ਇੱਥੇ ਕਰਕੇ ਇਹ ਚੀਜ਼ਾਂ ਰੇਸਿਜ਼ਮ ਨੂੰ ਵਧਾਵਾ ਦਿੰਦੀਆਂ ਨੇ? ਵੀ ਜਦੋਂ ਇਹੋ ਜਿਹੀਆਂ ਚੀਜ਼ਾਂ ਕੋਈ ਹੁੰਦੀਆਂ ਨੇ, ਹੁਣ ਜਿਵੇਂ ਈਵ ਟੇਜ਼ਿੰਗ ਹੋਣ ਲੱਗ ਗਈ ਆ, ਸੋ ਕੁੜੀਆਂ ਵੀ ਸਾਡੇ ਨਾਲ ਗੱਲਾਂ ਬਾਤਾਂ ਕਰਦੀਆਂ ਨੇ ਵੀ ਸਾਡੀ ਹੀ ਕਮਿਊਨਿਟੀ ਦੇ ਲੋਕ ਇਹ ਚੀਜ਼ਾਂ ਬਹੁਤ ਕਰਨ ਲੱਗ ਗਏ ਨੇ, ਵੀ ਇੱਥੇ ਆ ਕੇ ਕਮ ਸੇ ਕਮ ਇਹਨਾਂ ਚੀਜ਼ਾਂ ਨੂੰ ਠੱਲ ਪਾਉਣੀ ਚਾਹੀਦੀ ਹੈ, ਜੋ ਚੀਜ਼ ਪਿੱਛੇ ਕਰਿਆ ਪਿੱਛੇ ਛੱਡ ਕੇ ਆਓ। ਹਾਂਜੀ, ਆਪਾਂ ਇੱਦਾਂ ਇੱਥੇ ਹੁਣ ਇੰਨੀ ਦੂਰ ਆਏ ਆ ਜੀ, ਪੇਰੈਂਟਸ ਦਾ ਨਾਮ ਵੀ ਉੱਚਾ ਕਰੀਏ, ਇੱਥੇ ਆ ਕੇ ਥੋੜ੍ਹਾ ਜਿਵੇਂ ਕਹਿ ਦਈਏ ਆਜ਼ਾਦੀ ਹੈ ਜੀ, ਕੰਮ ਵੀ ਵਧੀਆ ਖੁੱਲ੍ਹੇ ਮਿਲਦੇ ਆ, ਘੁੰਮਣਾ ਫਿਰਨਾ ਵੀ ਖੁੱਲ੍ਹਾ ਵਾ ਅਤੇ ਆਜ਼ਾਦੀ ਵੀ ਹੈ ਜੀ। ਅਤੇ ਉਸ ਆਜ਼ਾਦੀ ਦੇ ਵਿੱਚ ਕਈ ਤਾਂ ਬੰਦੇ ਬਣਦੇ ਆ, ਕਈ ਵਿਗੜਦੇ ਆ ਜੀ। ਹਾਂ, ਗੱਲ ਗਲਤ ਹੈ ਜੀ ਵੀ ਇੰਨੀ ਦੂਰ ਆਏ ਆ, ਕੁਛ ਇੱਥੇ ਆ ਕੇ ਕਰੀਏ। ਇਨਫਲੇਸ਼ਨ ਹੋ ਰਿਹਾ ਵਾ ਤਾਂ ਕਿੰਨਾ ਕੁ ਮੁਸ਼ਕਿਲ ਹੋ ਰਿਹਾ ਇਸ ਵਕਤ ਸਰਵਾਈਵ ਕਰਨਾ? ਬਹੁਤ ਜ਼ਿਆਦਾ ਡਿਫਰੈਂਸ ਹੈ। ਅੱਜ ਤੋਂ 10 ਕੁ ਸਾਲ ਪਹਿਲਾਂ ਜਦ ਆਏ ਸੀਗੇ ਤਾਂ ਮਤਲਬ 2 ਬੈਡਰੂਮ ਬੇਸਮੈਂਟ ਹੁੰਦੇ ਸੀ, ਅਸੀਂ 4 ਸਟੂਡੈਂਟਸ ਸੀਗੇ, ਸਾਰੇ ਫਰੈਂਡ ਸੀਗੇ, ਤਾਂ $700 ਪੇ ਕਰੀਦਾ ਸੀਗਾ। 700 ਸਿਰਫ 10 ਕੁ ਸਾਲ ਪਹਿਲਾਂ ਦੀ ਗੱਲ ਹੈ। ਔਰ ਇਹ ਨਹੀਂ ਸੀ ਹੁੰਦਾ ਕਿ ਮਤਲਬ ਇੰਨੇ ਬੰਦੇ ਰਹਿ ਰਹੇ ਤਾਂ ਤੁਸੀਂ ਇੰਨਾ ਪੇ ਕਰਨਾ ਹੈ, ਹੈ ਨਾ। ਉਹਦੇ ਵਿੱਚ ਇਹ ਸੀਗਾ ਕਿ ਹਾਂ ਬੇਸਮੈਂਟ ਦਾ ਰੈਂਟ 700 ਹੈ, ਅਸੀਂ 4 ਵੀ ਰਹਿੰਦੇ ਸੀ, ਜੇ 3 ਵੀ ਰਹਿੰਦੇ ਸੀ ਤਾਂ ਵੀ 700 ਸੀ, ਅਗਰ ਅਸੀਂ 4 ਤੋਂ 5 ਵੀ ਹੋ ਜਾਂਦੇ ਸੀ ਫॉर ਟਾਈਮ ਬੀਇੰਗ ਤਾਂ ਰੈਂਟ $700, $800, $900 ਹੁੰਦਾ ਸੀ। ਮਤਲਬ ਮੈਕਸਿਮਮ ਬਹੁਤ ਸੋਹਣੀ ਬੇਸਮੈਂਟ ਹੈ, ਵੈਰੀ ਸਪੇਸ਼ੀਅਸ ਹੈ, ਤਾਂ ਸੇ $900 ਹੋ ਜਾਂਦਾ ਸੀ, ਬਟ ਨੋ ਮੋਰ ਦੈਨ ਦੈਟ। ਹੁਣ ਸਿਸਟਮ ਬਿਲਕੁਲ ਡਿਫਰੈਂਟ ਹੋ ਗਿਆ। ਹੁਣ ਲੋਕਾਂ ਨੇ ਜਿਹੜੀ 1 ਬੈਡਰੂਮ ਬੇਸਮੈਂਟ ਹੁੰਦੀ ਸੀ, ਉਹ ਲਿਵਿੰਗ ਏਰੀਆ ਦੇ ਵਿੱਚ 2 ਪਲਾਈਬੋਰਡ ਲਗਾ ਕੇ ਉਹਨੂੰ 1 ਬੈਡਰੂਮ ਬਣਾ ਰੱਖਿਆ। ਔਰ ਹਰੇਕ ਜਿਹੜਾ ਪਲਾਈਬੋਰਡ ਤੋਂ ਜਿਹੜਾ ਸੈਕਸ਼ਨ ਵੀ ਖੜਾ ਕੀਤਾ, ਵਿਚ ਇਜ਼ ਨਾਟ ਐਕਚੁਅਲੀ ਰੂਮ, ਨਾ ਕੋਈ ਕਲੋਜ਼ਟ ਹੈ ਨਾ ਕੁਛ ਹੈ। ਔਰ ਉਹਦੇ ਵਿੱਚ ਵੀ ਤੁਸੀਂ 2-2, 3-3 ਸਟੂਡੈਂਟਸ ਦੇ ਸਿੰਗਲ ਬੈੱਡ ਲਗਾਏ ਹੋਏ। ਔਰ ਹਰੇਕ ਤੋਂ ਕੋਈ ਇਹ ਨਹੀਂ ਕਿ ਬੇਸਮੈਂਟ ਦਾ ਹੁਣ $800, $900 ਹੈ, ਉਹ ਇਹ ਹੈ ਕਿ ਮਤਲਬ ਪਰ ਹੈਡ ਤੁਹਾਡੇ ਤੋਂ $450, $425 ਜਾਂ ਸਮਟਾਈਮਸ ਕਈ ਤੁਸੀਂ ਅਗਰ ਲੋਕੇਸ਼ਨ ਦੇ ਹਿਸਾਬ ਨਾਲ ਗੁਰੂ ਘਰ ਦੇ ਆਸ-ਪਾਸ ਦੇਖੋ $500 ਵੀ ਲੈ ਰਹੇ ਹੈ। ਔਰ ਇੱਕ ਰੂਮ ਦੇ ਵਿੱਚ ਪਰ ਬੈੱਡ ਦੀ ਗੱਲ ਕਰ ਰਹੇ ਹਾਂ, ਬੈੱਡ ਹੈ। ਔਰ ਇਹ ਵੀ ਕੋਈ ਪ੍ਰੋਪਰ ਰੂਮ ਦਾ ਰੈਂਟ ਨਹੀਂ ਮੈਂ ਤੁਹਾਨੂੰ ਦੱਸ ਰਿਹਾ, ਇਹ ਉਹ ਨੇ ਜਿਹੜਾ ਲਿਵਿੰਗ ਏਰੀਆ ਦੇ ਵਿੱਚ ਪਲਾਈਬੋਰਡ ਖੜੇ ਕਰਕੇ ਤੇ
ਯੂ نو ਲਿਵਿੰਗ ਏਰੀਆ ਨੂੰ ਹੀ ਜਿਹੜੀ 1 ਬੈਡਰੂਮ ਬੇਸਮੈਂਟ ਸੀ ਐਕਚੁਅਲੀ ਉਹਨੂੰ 2 ਜਾਂ 3 ਬੈਡਰੂਮ ਬਣਾ ਰੱਖਿਆ। ਜਿਹੜੀ 2 ਬੈਡਰੂਮ ਬੇਸਮੈਂਟ ਦਾ ਲਿਵਿੰਗ ਏਰੀਆ ਸਪੇਸ਼ੀਅਸ ਸੀ ਤਾਂ ਉਹਨਾਂ ਨੇ ਤਾਂ 3-3 4-4। ਹੁਣ ਮੈਨੂੰ ਦੱਸੋ ਇੱਥੇ ਕਿਹੜੀ ਇੰਨੀ ਕੁ ਪ੍ਰੋਪਰਟੀਆਂ ਜਾਂ ਲੀਗਲੀ ਵੀ ਅਗਰ ਇਹਨਾਂ ਨੂੰ ਚੈੱਕ ਕਰ ਲਿਆ ਜਾਵੇ ਤਾਂ ਕਿੰਨੀਆਂ ਕੁ ਐਸੀਆਂ ਪ੍ਰੋਪਰਟੀਜ਼ ਨੇ ਜਾਂ ਕਿੰਨੀ ਕੁ ਸਪੇਸ਼ੀਅਸ ਨੇ, ਕਿੰਨਾ ਕੁ ਉਹਨਾਂ ਦਾ ਏਰੀਆ ਹੈ ਕਿ ਉੱਥੇ 4-4 5-5 ਬੈਡਰੂਮ ਦੀ ਬੇਸਮੈਂਟ ਹੈ। ਜਿਵੇਂ ਤੁਸੀਂ ਗੱਲ ਕੀਤੀ ਆ ਹੁਣ ਤਾਂ ਰੀਸੈਂਟਲੀ ਜਿਵੇਂ ਹੁਣ ਆਪਾਂ ਦੇਖਦੇ ਹਾਂ ਮਾਰਕੀਟ ਪਲੇਸ ਦੇ ਉੱਤੇ ਵੀ ਤਾਂ ਨਾਲ ਲਿਖਿਆ ਹੁੰਦਾ ਕਿ ਯੂਟਿਲਿਟੀਜ਼ 30 ਜਾਂ 40% ਐਕਸਟਰਾ, ਜਾਂ ਜੇ ਤੁਸੀਂ ਪਾਰਕਿੰਗ ਲਈ ਸਪੇਸ ਲੈਣਾ ਉਹਦੇ ਲਈ ਐਕਸਟਰਾ ਚਾਰजेस ਦੇਣੇ ਪੈਣਗੇ। ਪਹਿਲਾਂ ਇੱਦਾਂ ਹੁੰਦਾ ਸੀ? ਪਹਿਲਾਂ ਪਾਰਕਿੰਗ ਦਾ ਨਹੀਂ ਸੀ ਹੁੰਦਾ, ਬਟ ਇਹ ਹੈ ਕਿ ਮਤਲਬ ਯੂਟਿਲਿਟੀਜ਼ ਦਾ ਮੈਚ ਐਜ਼ ਅ ਟੈਨੈਂਟ ਮੈਂ ਆਈ ਸਟਿਲ ਅਗਰੀ ਕਿ ਯੂ نو ਜਦੋਂ ਤੁਹਾਡੀ ਰਿਸਪੌਂਸਿਬਿਲਿਟੀ ਨਹੀਂ ਹੁੰਦੀ, ਤੁਹਾਨੂੰ ਪਤਾ ਕਿ ਹਾਂ ਤੁਸੀਂ ਫਲੈਟ 700-800 ਦੇਣਾ, ਤਾਂ ਯੂ نو ਹਿਊਮਨ ਨੇਚਰ ਹੈ, ਮਤਲਬ ਅਸੀਂ ਕਿ ਮਿਸਯੂਜ਼ ਹੁੰਦੀ ਆ ਉਸ ਚੀਜ਼ ਦੀ। ਤਾਂ ਉਸ ਚੀਜ਼ ਨਾਲ ਮੈਨੂੰ ਨਹੀਂ, ਉਹ ਸ਼ੁਰੂ ਤੋਂ ਹੁੰਦੀ ਹੈ। ਮੈਂ ਵੀ ਕਈ ਜਗ੍ਹਾ 'ਤੇ ਐਸੇ ਰਹਿ ਕੇ ਆਇਆ ਵਿਚ ਆਈ ਥਿੰਕ ਯੂ نو ਇਜ਼ ਰੀਅਲੀ ਮਤਲਬ ਇੱਕ ਔਨ ਪ੍ਰੋਪਰਟੀ ਓਨਰ ਦੇ ਪਰਸਪੈਕਟਿਵ ਤੋਂ ਆਈ ਥਿੰਕ ਇਟਸ ਫੇਅਰ ਕਿ ਮਤਲਬ ਅਗਰ ਉਹ 30% ਤਾਂ ਉਹਦਾ ਆਈਡੀਆ ਇਹਦੇ ਪਿੱਛੇ ਇਜ਼ ਜਸਟ ਆਈਡੀਆਜ਼ ਕਿ ਮਤਲਬ ਯੂ نو ਤੁਸੀਂ ਮਿਸਯੂਜ਼ ਨਾ ਕਰੋ, ਤੁਸੀਂ ਰਿਸੋਰਸਿਸ ਨੂੰ ਅਬਿਊਜ਼ ਨਾ ਕਰੋ, ਹੈ ਨਾ, ਅਤੇ ਰਿਸਪੌਂਸਿਬਲੀ ਸੈਂਸੀਬਲੀ ਤੁਸੀਂ ਉਹਨਾਂ ਨੂੰ ਯੂਜ਼ ਕਰਦੇ ਹੋ। ਆਮ ਤੌਰ 'ਤੇ ਹੁਣ ਜਿਵੇਂ ਕਹਿੰਦੇ ਆ ਕਿ ਖਾਸ ਤੌਰ 'ਤੇ ਜਾਂ ਤਾਂ ਇੱਕ ਤਾਂ ਫੈਮਿਲੀ ਬਹੁਤ ਸਮਾਲ ਵੇਖਦੇ ਆ, ਜਦੋਂ ਤੁਸੀਂ ਰੈਂਟ ਲੈਣਾ ਹੁੰਦਾ ਕਹਿੰਦੇ ਨੇ ਕਿ ਘਰੇ ਕੋਈ ਨਹੀਂ ਹੋਣਾ ਚਾਹੀਦਾ, ਬਸ ਵੀ ਤੁਸੀਂ ਆਓ ਰਾਤ ਨੂੰ ਸੌਂ ਕੇ ਚੱਲ ਜਾਵੋ, ਜਾਂ ਫਿਰ ਸਟੂਡੈਂਟਸ ਨੂੰ ਵੀ ਬਹੁਤ ਔਖਾ ਦਿੰਦੇ ਆ ਕਿ ਤੁਸੀਂ ਸਟੂਡੈਂਟ ਹੋ, ਤੁਹਾਨੂੰ ਨਹੀਂ ਰੈਂਟ ਦੇਣਾ ਮੁਸ਼ਕਿਲ ਹੈ। ਅਤੇ ਤੁਹਾਨੂੰ ਲੱਗਦਾ 10 ਸਾਲ ਪਹਿਲਾਂ ਵੀ ਇਹ ਪ੍ਰੋਬਲਮਸ ਕਦੇ ਫੇਸ ਹੋਈਆਂ ਨੇ? ਓਨੈਸਟਲੀ ਕਿਸੇ ਨਾ ਕਿਸੇ ਮੈਂ ਖੁਦ ਸਟੂਡੈਂਟ ਰਿਹਾ ਅਤੇ ਮੈਨੂੰ ਲੱਗਦਾ ਅਸੀਂ ਰਿਸਪੌਂਸੀਬਲ ਹਾਂ ਇਸ ਚੀਜ਼ ਲਈ, ਠੀਕ ਹੈ ਨਾ। ਮਤਲਬ ਤੁਸੀਂ ਹਰ ਚੀਜ਼ ਨੂੰ ਮਤਲਬ ਪ੍ਰੋਪਰਟੀ ਓਨਰ 'ਤੇ ਨਹੀਂ ਸਿੱਟ ਸਕਦੇ, ਹੈ ਨਾ। ਠੀਕ ਹੈ, ਮਤਲਬ ਤੁਹਾਨੂੰ ਪ੍ਰੋਪਰਟੀ ਦਿੱਤੀ ਹੈ, ਦੋਨੋਂ ਮਤਲਬ ਇਟਸ ਯੂ نو ਟ੍ਰੈਫਿਕ ਗੋਜ਼ ਬੋਥ ਵੇਜ਼ ਐਕਚੁਅਲੀ, ਮਤਲਬ ਦੋਨੋਂ ਤਰਫ ਤੋਂ ਹੈ ਨਾ। ਤੁਹਾਨੂੰ ਉਹਨਾਂ ਦਾ ਪਰਸਪੈਕਟਿਵ ਵੀ ਦੇਖਣਾ ਪੈਣਾ, ਟੈਨੈਂਟ ਦਾ ਵੀ ਦੇਖਣਾ ਪੈਣਾ। ਟੈਨੈਂਟ ਇਹ ਹੈ ਕਿ ਮਤਲਬ ਹਾਂ ਅਸੀਂ ਆਏ ਹਾਂ ਕਿ ਮਤਲਬ ਅਸੀਂ ਪ੍ਰੋਪਰਟੀ ਦਾ ਤੁਹਾਨੂੰ ਰੈਂਟ ਦੇ ਰਹੇ ਹਾਂ, ਤਾਂ ਮਤਲਬ ਉਹਨਾਂ ਕੋਲ ਫੁੱਲ ਰਾਈਟਸ ਨੇ, ਉਹ ਜੋ ਮਰਜ਼ੀ ਕਰਨ। ਅਤੇ ਜੋ ਵੀ ਕੈਨੇਡੀਅਨ ਲਾਅ ਹੈ ਕਿ ਮਤਲਬ ਯੂ نو ਬਾਏ 10 ਮਤਲਬ ਰਾਤ ਦੇ 10 ਵਜੇ ਤੋਂ ਬਾਅਦ ਤੁਸੀਂ ਨਹੀਂ ਕਰ ਸਕਦੇ, ਤਾਂ ਸਾਨੂੰ ਉਹਨਾਂ ਨੂੰ ਵੀ ਉਹ ਕੰਸੀਡਰ ਕਰਨਾ ਚਾਹੀਦਾ ਹੈ ਨਾ। ਅਤੇ ਜਿਹੜੇ ਪ੍ਰੋਪਰਟੀ ਦੇ ਰਹੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਸਮਝਣਾ ਚਾਹੀਦਾ ਕਿ ਮਤਲਬ ਉਹਨਾਂ ਦੀ ਹਰੇਕ ਬੰਦੇ ਦੀ ਆਪਣੀ ਪ੍ਰਾਈਵੇਸੀ ਆ। ਹੁਣ ਮਤਲਬ ਯੂ نو ਤੁਸੀਂ ਰਹਿਣਾ ਕੈਨੇਡਾ ਦੇ ਵਿੱਚ, ਬਟ ਮੈਂਟੈਲਿਟੀ ਜਾਂ ਮਾਈਂਡ ਸੈਟ ਉਹ ਰੱਖਣਾ ਪਿੱਛੇ ਵਾਲਾ। ਹੁਣ ਕੋਈ ਮਤਲਬ ਮੁੰਡਾ ਹੈ, ਉਹਦੀ ਗਰਲਫਰੈਂਡ ਆ ਗਈ, ਮਤਲਬ ਉਹਦਾ ਰਾਈਟ ਹੈ ਉਹ, ਹੈ ਨਾ। ਤੁਸੀਂ ਕੈਨੇਡਾ 'ਚ ਆ ਕੇ ਤੁਸੀਂ ਸੋਚੋ ਕਿ ਪਿੱਛੇ ਪੰਜਾਬ ਵਾਲਾ ਸਿਸਟਮ ਚੱਲਦਾ ਰਹੇ, ਫਿਰ ਸਾਨੂੰ ਪੰਜਾਬ ਰਹਿ ਜਾਣਾ ਚਾਹੀਦਾ ਸੀ। ਇੱਥੇ ਆ ਕੇ ਤੁਸੀਂ ਹੁਣ ਇੱਥੇ ਮੁੰਡਾ ਆਇਆ, ਉਹਦੀ ਗਰਲਫਰੈਂਡ ਵੀ ਹੋਊਗੀ, ਅਤੇ ਉਹ ਕਿੱਥੇ ਜਾਊਗਾ ਉਹ ਆਪਣੀ ਗਰਲਫਰੈਂਡ ਨਾਲ? ਉਹਨਾਂ ਨੂੰ ਆਪਣਾ ਪ੍ਰਾਈਵੇਟ ਸਪੇਸ ਚਾਹੀਦਾ, ਕਿੱਥੇ ਜਾਣਗੇ ਉਹ? ਜਿੱਥੇ ਉਹਨਾਂ ਨੇ ਰੈਂਟ ਦਿੱਤਾ ਉਹਨਾਂ ਦਾ ਰਾਈਟ ਹੈ ਉੱਥੇ ਰਹਿਣਾ। ਜਿਵੇਂ ਹੁਣ ਆਪਾਂ ਲੇਟੈਸਟ ਜੇ ਸਿਨੈਰੀਓ ਦੀ ਗੱਲ ਕਰੀਏ, ਕਹਿੰਦੇ ਜੌਬਸ ਨੂੰ ਲੈ ਕੇ ਬਹੁਤ ਪ੍ਰੋਬਲਮਸ ਆ ਰਹੀਆਂ ਨੇ, ਨਾ ਸਟੂਡੈਂਟਸ ਨੂੰ ਮਿਲ ਰਹੀਆਂ। ਮੈਂ ਹੁਣੀ ਗੱਲ ਕਰਕੇ ਹਟੀਆਂ, PR ਹੈ, ਲੜਕਾ ਆਇਆ ਇੰਡੀਆ ਤੋਂ ਵਾਪਸ ਆਪਦੀਆਂ ਛੁੱਟੀਆਂ ਕੱਟ ਕੇ, ਉਹਨਾਂ ਨੂੰ ਨਹੀਂ ਜੌਬਸ ਮਿਲ ਰਹੀਆਂ। ਜੌਬਸ ਦਾ ਇੰਨਾ ਔਖਾ ਕਿਉਂ ਹੋ ਰਿਹਾ? ਜੌਬਸ ਜੋ ਮੇਜਰ ਰੀਜ਼ਨ ਮੈਨੂੰ ਦਿਖਦਾ, ਇੱਕ ਤਾਂ ਰਿਸੈਸ਼ਨ ਓਬਵੀਅਸਲੀ, ਹੈ ਨਾ, ਫॉर फर्स्ट रीज़न। सेकंड रीज़न जो है कि यू नो ਕੈਨੇਡਾ ਜਿਸ ਤਰ੍ਹਾਂ ਇਮੀਗ੍ਰੈਂਟਸ ਨੂੰ ਕਰ ਰਿਹਾ, ਸਪੋਰਟ ਕਰ ਰਿਹਾ, ਹੈ ਨਾ, ਚਾਹੇ ਉਹ ਯੂਕਰੇਨ ਤੋਂ ਹੈ, ਵਾਰ ਕ੍ਰਾਈਸਿਸ ਨੇ, ਜਾਂ ਉਹ ਜੋ ਵੀ ਵਰਲਡ ਅਫੇਅਰਸ ਚੱਲ ਰਹੇ ਨੇ, ਹੈ ਨਾ। ਅਤੇ ਕੈਨੇਡਾ ਹਮੇਸ਼ਾ ਇਮੀਗ੍ਰੈਂਟਸ ਨੂੰ ਸਪੋਰਟ ਕਰਦਾ ਰਿਹਾ, ਬਟ ਜਿਸ ਸਕੇਲ 'ਤੇ ਜਿਸ ਨੰਬਰਸ 'ਤੇ ਜਾ ਕੇ ਹੁਣ ਕੈਨੇਡਾ ਸਪੋਰਟ ਕਰ ਰਿਹਾ, ਤਾਂ ਜਿੰਨੇ ਕੁ ਉਹ ਆ ਰਹੇ ਹੈ ਰਿਸੈਸ਼ਨ ਤੋਂ ਬਾਅਦ, ਪਹਿਲਾਂ ਮਾਰਕੀਟ ਮੈਨੂੰ ਲੱਗਦਾ ਹਾਲੇ ਰੈਡੀ ਨਹੀਂ ਸੀ ਕਿ ਉਨੀ ਲੇਬਰ ਨੂੰ ਅਡਾਪਟ ਕਰਨ ਲਈ। ਦੈਟਸ ਵਨ ਥਿੰਗ। ਅਤੇ ਦੂਸਰਾ ਇਹ ਵੀ ਹੋਇਆ ਕਿ ਸਟੂਡੈਂਟਸ ਨੂੰ 40 ਆਵਰਸ ਜਾਂ ਈਵਨ ਮੋਰ ਦੈਨ ਦੈਟ ਜਿੰਨਾ ਫੁੱਲ ਟਾਈਮ ਜੋ ਵਰਕ ਪਰਮਿਟ ਮਿਲਿਆ, ਹੈ ਨਾ। ਤਾਂ ਸਪੋਜ਼ ਇੱਕ ਟਿਮ ਹਾਰਟਨਸ ਹੈ ਜਾਂ ਸਬਵੇ, ਕੋਈ ਰੈਸਟੋਰੈਂਟ ਹੈ, ਜਿੱਥੇ ਪਹਿਲਾਂ ਪਾਰਟ ਟਾਈਮ ਸਟੂਡੈਂਟ ਕੰਮ ਕਰ ਰਹੇ ਸੀਗੇ, ਇਹ ਹੋ ਗਿਆ ਕਿ ਉਹਨਾਂ ਨੂੰ ਹਰ ਕੋਈ ਮਤਲਬ ਰੈਸਟੋਰੈਂਟ ਓਨਰਸ ਨੇ, ਮੈਂ ਜਸਟ ਇੱਕ ਐਗਜ਼ਾਮਪਲ ਦੇ ਰਿਹਾ, ਹੋਰ ਬਾਕੀ ਬਿਜ਼ਨਸਿਸ ਦਾ ਵੀ ਇਹੀ ਹਾਲ ਹੈ ਕਿ ਜਿੱਥੇ ਜੋ ਪਹਿਲਾਂ ਕੰਮ 'ਤੇ ਲੱਗੇ ਹੋਏ ਆ, ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਸਾਡੇ ਕੰਮ 'ਤੇ ਲੱਗਿਆ ਹੋਇਆ, ਪਹਿਲਾਂ 20 ਘੰਟੇ ਕਰ ਰਿਹਾ ਸੀ ਔਰ ਕੰਮ ਦਾ ਪਤਾ, ਉਹਨੂੰ ਸਾਨੂੰ ਨਵੀਂ ਲੇਬਰ ਨੂੰ ਲਿਆ ਕੇ, ਨਵੇਂ ਬੰਦੇ, ਨਵੀਂ ਮੈਨ ਪਾਵਰ ਰੱਖ ਕੇ ਉਹਨਾਂ ਨੂੰ ਟ੍ਰੇਨ ਨਹੀਂ ਕਰਨਾ। ਬਿਕੋਜ਼ ਜਦੋਂ ਤੁਸੀਂ ਕਿਸੇ ਨੂੰ ਟ੍ਰੇਨ ਕਰਦੇ ਹੋ ਤਾਂ ਤੁਸੀਂ ਉਸ 'ਤੇ ਟਾਈਮ, ਮਨੀ, ਐਨਰਜੀ ਸਭ ਕੁਛ ਇਨਵੈਸਟ ਕਰ ਰਹੇ ਹੋ, ਅਤੇ ਉਹਨਾਂ ਕੋਲ ਪਹਿਲਾਂ ਹੀ ਇੱਕ ਐਸਾ ਬੰਦਾ ਜਿਹੜਾ ਉਹਨਾਂ ਦਾ ਕੰਮ ਜਾਣਦਾ, ਇਨ ਐਂਡ ਆਊਟ ਸਭ ਕੁਛ ਜਾਣਦਾ, ਤਾਂ ਉਹਨਾਂ ਦੀ ਪ੍ਰੈਫਰੈਂਸ ਉਹੀ ਹੁੰਦੀ ਹੈ। ਤਾਂ ਮਤਲਬ ਪਹਿਲਾਂ ਜਿੱਥੇ 2 ਸਟੂਡੈਂਟਸ ਦਾ ਚੱਲ ਰਿਹਾ ਸੀ, ਘਰ ਚੱਲ ਰਿਹਾ ਸੀ, ਠੀਕ ਹੈ, ਕੁਛ ਬਚਾ ਨਹੀਂ ਪਾਉਂਦੇ ਸੀ, ਬਟ ਉਹਨਾਂ ਦੇ ਖਰਚੇ ਚੱਲ ਰਹੇ ਸੀ, ਐਕਸਪੈਂਸਿਸ ਵਗੈਰਾ, ਅਫੋਰਡੇਬਿਲਿਟੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹ ਚੱਲ ਰਿਹਾ ਸੀ। ਬਟ ਹੁਣ ਇਹ ਹੈ ਕਿ ਮਤਲਬ ਉਹ ਜਿੱਥੇ 2 ਦਾ ਘਰ ਚੱਲ ਰਿਹਾ ਸੀ, ਉੱਥੇ ਹੁਣ 1 ਦਾ ਹੀ ਘਰ ਚੱਲ ਰਿਹਾ। ਹਰ ਚੀਜ਼ ਦੇ ਵਿੱਚ ਕਾਰਾਂ ਚੋਰੀ ਦੇ ਵਿੱਚ ਸਾਡੇ ਭਾਈਚਾਰੇ ਦਾ ਨਾਮ ਆ ਰਿਹਾ ਵਾ। ਮੈਂ ਕੁੜੀਆਂ ਨਾਲ ਗੱਲ ਕਰਦੀ ਹਾਂ, ਈਵ ਟੀਜ਼ਿੰਗ ਤੱਕ ਇੱਥੇ ਹੋਣ ਲੱਗ ਪਈ ਆ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸੇਫਟੀ ਦੇ ਪੱਖੋਂ? ਖਾਸ ਸੇਫਟੀ ਦੇ ਪੱਖੋਂ ਓਨੈਸਟਲੀ ਆਪਣੀ ਸੇਫਟੀ ਆਪਣੇ ਹੱਥ ਹੈ, ਠੀਕ ਹੈ। ਔਰ ਦੂਸਰਾ ਇਹ ਹੈ ਕਿ ਹਾਂ ਕ੍ਰਾਈਮ ਵਧਿਆ, ਬਟ ਪਰਸੈਂਟੇਜ ਦੇ ਵਿੱਚ ਕਿੰਨਾ ਕੁ ਫਰਕ ਪਿਆ, ਤੁਸੀਂ ਇਹ ਵੀ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਨਾ ਕਿ ਮਤਲਬ ਪਹਿਲਾਂ ਪਾਪੂਲੇਸ਼ਨ ਕਿੰਨੀ ਸੀ, ਹੁਣ ਪਾਪੂਲੇਸ਼ਨ ਕਿੰਨੀ ਹੋ ਗਈ। ਤਾਂ ਅਗਰ ਉਸ ਚੀਜ਼ ਨੂੰ ਕੰਪੇਅਰ ਕਰਦੇ ਤਾਂ ਪਰਸੈਂਟੇਜ ਦੇ ਵਿੱਚ ਕਿੰਨਾ ਆਫਕੋਰਸ ਰਾਈਜ਼ ਹੋਇਆ, ਹੈ ਨਾ, ਨੋ ਡਾਊਟ ਅਬਾਊਟ ਇਟ। ਅਸੀਂ ਦੇਖਦੇ ਹਾਂ ਚੰਡੀਗੜ੍ਹ ਦੇਖਦੇ ਸੀ ਪਹਿਲਾਂ ਕਿ ਉੱਥੇ ਗੇੜੀ ਰਾਊਟ ਫੇਮਸ ਸੀਗਾ, ਹੈ ਨਾ।
ਉਹੀ ਕੁਛ ਅਸੀਂ ਇੱਥੇ ਚਲਾ ਰੱਖਿਆ ਹੈ ਨਾ। ਅਸੀਂ ਉਹ ਕਹਿੰਦੇ ਕਿ ਅਸੀਂ ਪੰਜਾਬ 'ਚੋਂ ਜਾਂ ਇੰਡੀਆ 'ਚੋਂ ਜਿਹੜੀਆਂ ਚੀਜ਼ਾਂ ਤੋਂ ਬਚ ਕੇ ਇੱਥੇ ਨਿਕਲ ਆਏ ਸੀ, ਪਰ ਉਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਅੰਦਰੋਂ ਨਹੀਂ ਕੱਢਿਆ। ਅਸੀਂ ਇੱਥੇ ਆਏ ਹਾਂ ਤਾਂ ਉਹਨਾਂ ਨੂੰ ਆਪਣੇ ਨਾਲ ਲੈ ਆਏ ਹਾਂ, ਹੈ ਨਾ। ਈਵ ਟੀਜ਼ਿੰਗ ਇੱਕ ਚੀਜ਼ ਹੈ, ਦੂਸਰਾ ਇਹ ਇੱਕ ਤਰਫਾ ਨਹੀਂ ਹੈ ਅਗੇਨ, ਹੈ ਨਾ। ਹਰ ਚੀਜ਼ ਦੇ ਦੋਨੋਂ ਪਹਿਲੂ ਹੁੰਦੇ ਆ। ਦੂਸਰਾ ਇਹ ਵੀ ਹੈ ਕਿ ਕੁੜੀਆਂ ਅਗਰ ਕਹਿੰਦੀਆਂ ਕਿ ਮਤਲਬ ਇੱਥੇ ਜਿੰਨਾ ਕੁ ਲਾਅ ਜਾਂ ਮਤਲਬ ਜਿੰਨਾ ਕੁ ਇੱਥੇ ਦਾ ਲੀਗਲ ਸਿਸਟਮ ਕੁੜੀਆਂ ਨੂੰ ਸਪੋਰਟ ਕਰਦਾ ਹੈ, ਅਤੇ ਮੈਨੂੰ ਨਹੀਂ ਲੱਗਦਾ ਕੁੜੀਆਂ ਨੂੰ ਕੋਈ ਡਰਨ ਦੀ ਜ਼ਰੂਰਤ ਹੈ ਜਾਂ ਕੁਛ ਵੀ ਹੈ। ਬਟ ਹਾਂ, ਅਗਰ ਕੁਛ ਕਿਤੇ ਨਾ ਕਿਤੇ ਤੁਸੀਂ ਰਿਸਪੋਂਸੀਬਲ ਖੁਦ ਹੋ। ਕੁੜੀਆਂ ਲਈ ਇਹ ਗੱਲ ਜ਼ਰੂਰ ਕਹਿਣਾ, ਕੁੜੀਆਂ ਨੂੰ ਵੀ ਇਹ ਹੋ ਗਿਆ ਕਿ ਹੈ ਨਾ ਦੇ ਜਸਟ ਅਬਿਊਜ਼ਿੰਗ ਲਾਜ਼ ਟੂ, ਰਾਈਟ। ਮਤਲਬ ਇਟਸ ਨੋਟ ਜਸਟ ਵਨ ਵੇ, ਹੈ ਨਾ, ਕਿ ਮੁੰਡਿਆਂ ਦਾ ਪਰਸਪੈਕਟਿਵ ਕੁੜੀਆਂ ਦਾ, ਰਾਈਟ ਯਾ। ਐਂਡ ਕੁੜੀਆਂ ਦਾ ਇਹ ਹੁੰਦਾ ਕਿ ਮਤਲਬ ਕੁੜੀਆਂ ਨੇ ਵੀ ਨਾ ਮਜ਼ਾਕ ਬਣਾ ਕੇ ਰੱਖ ਲਿਆ। ਮੈਂ ਖੁਦ ਇੱਕ ਐਗਜ਼ਾਮਪਲ ਨਾਲ ਵਿਕਟਮ ਹੈ ਨਾ, ਐਂਡ ਆਈ ਨੋ ਸੋ ਮੈਨੀ ਅਦਰ ਪੀਪਲ ਕਿ ਕੁੜੀਆਂ ਨੂੰ ਅਗਰ ਮੁੰਡੇ ਨਾਲ ਕੋਈ ਪ੍ਰੋਬਲਮ ਹੋ ਗਈ ਹੈ, ਤੁਹਾਡੇ ਬॉयਫ੍ਰੈਂਡ ਨਾਲ ਜਾਂ ਕੁਛ ਵੀ ਹੈ, ਤਾਂ ਉਹਨਾਂ ਨੂੰ ਪਤਾ ਹੈ, ਉਹਨਾਂ ਇੱਕ 911 ਕਾਲ ਕਰਕੇ ਕੁੜੀ ਦੇ ਸਭ ਤੋਂ ਮੇਨ ਹਥਿਆਰ ਹੁੰਦਾ ਜੀ ਮੇਰਾ ਰੇਪ ਕੀਤਾ ਹੈ, ਜੀ ਮੈਨੂੰ ਅਬਿਊਜ਼ ਕੀਤਾ ਹੈ ਨਾ। It's just you abusing law before you doing anything. There's a lots of difference between eve teasing and abusing, right? Right. I mean that's what I'm saying, that it goes both ways. And ਇੱਕ eve teasing ਦਾ ਤੁਸੀਂ ਮੈਂ ਵੀ ਕਹਿ ਰਿਹਾ ਕਿ eve teasing ਤੋਂ ਕੁੜੀਆਂ ਪਰੇਸ਼ਾਨ ਹੈ। There are other factors ਜਿੱਥੋਂ ਮੁੰਡੇ ਪਰੇਸ਼ਾਨ ਹੈ ਨਾ। ਤੇ ਦੂਸਰਾ ਤੁਸੀਂ ਕਹਿ ਦਿੰਦੇ ਮਤਲਬ ਆਪਾਂ ਕਹਿੰਦੇ ਨਾ ਕਿ ਕੁੜੀਆਂ eve teasing ਦਾ ਸ਼ਿਕਾਰ ਨਹੀਂ ਜਾਂ ਕੁਛ ਵੀ ਹੈ, ਠੀਕ ਹੈ। ਮਤਲਬ ਅਗਰ ਸਾਰੇ ਇੱਕ ਬਰਾਬਰ ਨਹੀਂ, ਸਾਰੀਆਂ ਕੁੜੀਆਂ ਇੱਕ ਜਿਹੀਆਂ ਨੇ, ਸਾਰੇ ਮੁੰਡੇ ਇੱਕ ਜਿਹੇ ਨਹੀਂ, ਹੈ ਨਾ। ਐਂਡ ਆਫ ਦਾ ਡੇ ਵੀ ਆ ਸਾਰੀਆਂ ਸੋਚਾਂ ਸਾਨੂੰ ਜਿੱਥੋਂ ਅਸੀਂ ਆਏ ਹਾਂ ਉੱਥੇ ਛੱਡ ਕੇ ਇੱਥੇ ਆਉਣਾ ਚਾਹੀਦਾ। ਸਾਫ਼ ਸੁਥਰੇ ਮਾਹੌਲ 'ਚ ਆਏ ਹੋ, ਉੱਥੇ ਹੁੰਦਾ ਨਾ ਕਿ ਹਾਂ ਜਿਸ ਦੀ ਲਾਠੀ ਉਹਦੀ ਪੈਸੋ। ਸਾਡੇ ਉਹ ਜਿਹੜੀ ਚੀਜ਼ਾਂ ਨੇ ਨਾ ਸਾਡੇ ਮਾਈਂਡ ਦੇ ਵਿੱਚ ਇੰਨੀ ਕੁ ਬੁਰੀ ਤਰ੍ਹਾਂ ਇੰਡਲਜ ਨੇ ਸਾਡੇ ਵਿੱਚ ਕਿ ਅਸੀਂ ਨਾ ਉਹਨਾਂ ਤੋਂ ਖਹਿੜਾ ਹੀ ਨਹੀਂ ਛੁਡਾਉਣਾ ਚਾਹੁੰਦੇ। ਇਹ ਨਹੀਂ ਕਿ ਛੁਡਾਉਣੀ ਸੀ, ਅਸੀਂ ਛੁਡਾਉਣਾ ਹੀ ਨਹੀਂ ਚਾਹੁੰਦੇ, ਕਿਉਂਕਿ ਅਗਰ ਇੱਥੇ ਤੁਹਾਨੂੰ ਮਾਹੌਲ ਮਿਲਿਆ ਛੁਡਵਾਉਣ ਦਾ, ਤੁਸੀਂ ਛੁਡਵਾ ਸਕਦੇ ਹੋ, ਹੈ ਨਾ। ਤੁਸੀਂ ਰਫ ਡਰਾਈਵਿੰਗ, ਰੈਸ਼ ਡਰਾਈਵਿੰਗ ਹੈ ਨਾ, ਮਤਲਬ ਜੋ ਵੀ ਡੇਂਜਰਸ ਡਰਾਈਵਿੰਗ ਹੈ ਕੁਛ ਤੁਸੀਂ ਖਹਿੜਾ ਛੁਡਵਾ ਸਕਦੇ ਹੋ, ਪਰ ਅਸੀਂ ਛੁਡਵਾਉਣਾ ਨਹੀਂ ਚਾਹੁੰਦੇ। ਅਸੀਂ ਖੁਦ ਉਹਦੇ 'ਚ ਇਨਵੋਲਵ ਹੁੰਦੇ ਹਾਂ ਨਾ, ਕਿ ਮਤਲਬ ਨਾ ਸਟਾਪ ਸਾਈਨ 'ਤੇ ਰੋਕਣੀ ਹੈ। ਇੱਥੇ ਕੱਲ੍ਹ ਹੀ ਦੇਖ ਕੇ ਹਟਿਆ ਨਾ, ਸਿਗਨਲ ਤੋੜ ਕੇ ਗਿਆ ਔਰ ਹੌਂਕਿੰਗ ਚੱਲ ਰਹੀ ਹੈ ਇੰਨੇ ਬੁਰੇ ਤਰੀਕੇ ਨਾਲ, ਔਰ ਉਹ ਤੋੜਨ ਵਾਲੀਆਂ ਕੁੜੀਆਂ ਨੇ, ਕੁੜੀਆਂ ਡਰਾਈਵ ਕਰ ਰਹੀਆਂ ਸੀ, ਸਿਗਨਲ ਤੋੜ ਕੇ ਗਈਆਂ, ਹੈ ਨਾ। ਕੁਛ ਅਗੇਨ ਹੈ, ਇਟਸ ਨੋਟ ਅਬਾਊਟ ਜੈਂਡਰ ਹੈ ਮੁੰਡਾ, ਅਸੀਂ ਕਹਿ ਲਈਏ ਕਿ ਇੱਕ ਹੈ, ਹਰ ਪਾਸੇ ਇਹੋ ਹਾਲ ਹੈ। ਅਤੇ ਚੀਜ਼ਾਂ ਤੋਂ ਜਿਨ੍ਹਾਂ ਨੂੰ ਅਸੀਂ ਸਾਫ਼ ਸੁਥਰੇ ਮਾਹੌਲ 'ਚ ਆ ਕੇ ਸਾਫ਼ ਸੁਥਰਾ ਸਿੱਖਿਆ ਨਹੀਂ, ਇਹਨਾਂ ਨੂੰ ਗਲਤ ਸਿਖਾ ਦਿੱਤਾ ਸੀ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਖਾਸ ਐਪੀਸੋਡ ਲਾਈਫ ਇਨ ਕੈਨੇਡਾ, ਜੋ ਕਿ ਅਸੀਂ ਤੁਹਾਡੇ ਰੂਬਰੂ ਕੀਤਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਜੇਕਰ ਤੁਸੀਂ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ, ਮਾਈਂਡ ਸੈਟ ਆਪਣਾ ਪ੍ਰੀਪੇਅਰ ਕਰਕੇ ਆਇਓ ਅਤੇ ਕੋਈ ਨਾ ਕੋਈ ਸਕਿੱਲ ਜਿਹੜੀ ਆ ਉਹ ਜ਼ਰੂਰ ਸਿੱਖ ਕੇ ਆਇਓ। ਤੁਸੀਂ ਖਾਸ ਤੌਰ 'ਤੇ ਜੇਕਰ ਕੁੜੀਆਂ ਹੈਗੀਆਂ ਨੇ, ਤੁਸੀਂ ਬਿਊਟੀਸ਼ੀਅਨ ਦਾ, ਹੇਅਰ ਕਟਿੰਗ ਦਾ, ਟੈਟੂ ਆਰਟਿਸਟ ਦਾ, ਲੈਸ਼ ਆਰਟਿਸਟ ਦਾ, ਜਿਵੇਂ ਆਈਬਰੋ ਲੈਸ਼ਿਸ ਹੁੰਦੀਆਂ ਨੇ, ਉਹ ਵਾਲੇ ਆਰਟਿਸਟ ਦਾ ਤੁਸੀਂ ਕੋਰਸ ਕਰਕੇ ਆਓਗੇ, ਤੁਹਾਡੇ ਲਈ ਇੱਥੇ ਜੌਬਸ ਮਿਲਣੀਆਂ ਬਹੁਤ ਸੌਖੀਆਂ ਹੋ ਜਾਣਗੀਆਂ। ਅਤੇ ਜੇ ਮੁੰਡੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਤੁਹਾਡੇ ਲਈ ਓਪਰਚੁਨਿਟੀਜ਼ ਹੈਗੀਆਂ ਨੇ। ਤੁਸੀਂ ਕੁਛ ਜਿਵੇਂ ਕਾਰਪੈਂਟਰ ਦਾ ਕੰਮ ਸਿੱਖ ਕੇ ਆ ਸਕਦੇ ਹੋ, ਕਾਰਾਂ ਦੀ ਡੈਂਟਿੰਗ ਫੈਂਟਿੰਗ ਦਾ ਕੰਮ ਸਿੱਖ ਕੇ ਆ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜੇਕਰ ਚਾਹੋ ਡਰਾਈਵਰੀ ਦੇ ਵਿੱਚ ਸਕਿੱਲਸ ਕਾਫੀ ਆਪਦੇ ਜਿਹੜੀਆਂ ਪੋਲਿਸ਼ ਕਰਕੇ ਆਇਓ, ਅਤੇ ਇੱਥੇ ਆ ਕੇ ਜੇ ਡਰਾਈਵਰ ਦਾ ਲਾਇਸੈਂਸ ਲੈ ਸਕਦੇ ਹੋ। ਐਮਾਜ਼ੋਨ ਵਰਗੀਆਂ ਕੰਪਨੀਜ਼ ਦੇ ਵਿੱਚ ਕੁਝ ਜੌਬ ਓਪਰਚੁਨਿਟੀਜ਼ ਮਿਲ ਸਕਦੀਆਂ ਨੇ। ਸੋ ਆਪਣੇ ਲਈ ਮਤਲਬ ਚਾਹੇ ਲੜਕੇ ਹੋ ਚਾਹੇ ਲੜਕੀਆਂ ਹੋ, ਸਕਿੱਲਸ ਜਿਹੜੇ ਆ ਉਹ ਜ਼ਰੂਰ ਸਿੱਖ ਕੇ ਆਇਓ। ਕੋਈ ਇਹੋ ਜਿਹੀ ਸਕਿੱਲ ਜੌਬ ਸਿੱਖ ਕੇ ਆਇਓ ਜਿਹਦਾ ਤੁਹਾਨੂੰ ਇੱਥੇ ਆ ਕੇ ਲਾਭ ਮਿਲ ਸਕੇ। ਸੋ ਇਸ ਦੇ ਨਾਲ ਹੀ ਕੈਮਰਾਮੈਨ ਰੀਤਿੰਦਰ ਗਰੇਵਾਲ ਦੇ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।